ਅਤਰਜੀਤ ਦੀ ਕਹਾਣੀ ਝੁਕੀਆਂ ਧੌਣਾ। ਰੇਸ਼ਮ ਕੌਰ ਨੂੰ ਜਦੋਂ ਸੁਣਿਆ ਮਿਲਿਆ ਕਿ ਉਸ ਦੀ ਸਹੇਲੀ ਤੇ ਚਾਚੇ ਦੀ ਧੀ ਸੁਰਜੀਤ ਕੌਰ ਦਾ ਬਾਪ ਆਇਆ ਹੈ, ਉਸ ਦਾ ਟੱਸ ਕਰਕੇ ਕਾਲਜਾ ਨਿਕਲ ਗਿਆ। ਉਸ ਨੂੰ ਹੌਲ ਹੀ ਤਾਂ ਪੈ ਗਿਆ ਸੀ। ਦੱਸਣ ਵਾਲੇ ਨੇ ਠੀਕ ਹੀ ਤਾਂ ਦੱਸਿਆ ਸੀ, ਪਰ ਰੇਸ਼ਮ ਕੌਰ ਨੂੰ ਉਹਨਾਂ ਸ਼ਬਦਾਂ ਤੇ ਯਕੀਨ ਹੀ ਨਹੀਂ ਸੀ ਆ ਰਿਹਾ ਜਿਨ੍ਹਾਂ ਵਿੱਚ ਸੁਰਜੀਤ ਕੌਰ ਦੇ ਬਾਪ ਦੀ ਆਮਦ ਦੀ ਖਬਰ ਸੀ। ਉਸ ਦੇ ਡੂੰਘੇ ਗਮ ਦੇ ਉੱਪਰੋਂ ਹੈਰਾਨੀ ਅਤੇ ਅਚੰਭੇ ਦੇ ਭਾਵ ਭਾਰੀ ਹੋ ਰਹੇ ਸਨ ਤੇ ਉੱਪਰੋਂ ਦੀ ਹੋ ਡੁੱਲਦੀ ਅਪਾਰ ਖੁਸ਼ੀ, ਚਾਅ ਉੱਤੇ ਅਜੀਬ ਕਿਸਮ ਦਾ ਬੁਲਾਰਾ ਉਸ ਦੇ ਅੰਗ ਅੰਗ ਵਿੱਚ ਘੁਲ ਗਿਆ ਸੀ। ਜਿਵੇਂ ਇਸ ਖੁਸ਼ੀ ਤੇ ਚਾਅ ਨੇ ਵੀ ਉਸ ਨੂੰ ਨਪੀੜ ਕੇ ਜਿਵੇਂ ਸਾਹ ਸੱਤ ਹੀਨ ਹੀ ਕਰ ਦਿੱਤਾ ਸੀ। ਹਾਏ ਵੇ ਰੱਬਾ, ਉਸ ਦੇ ਅੰਦਰੋਂ ਗਜ਼ ਲੰਮੀ ਹੂਕ ਨਿਕਲੀ। ਖੌਰੇ ਮੇਰਾ ਅੱਬਾ ਵੀ ਨਾਲ ਆਇਆ ਹੋਵੇ, ਪਰ ਕਿੱਥੇ ਨਖੁੱਟ ਗਈ ਦੇ ਕਰਮ। ਉਸ ਨੂੰ ਰਹਿ ਰਹਿ ਕੇ ਯਕੀਨ ਨਹੀਂ ਸੀ ਆਉਂਦਾ ਕਿ 50 ਸਾਲਾਂ ਬਾਅਦ ਉਸ ਦਾ ਚਾਚਾ ਯਾਨੀ ਸੁਰਜੀਤ ਕੌਰ ਦਾ ਅੱਬਾ ਜਾਨ ਕਿੱਥੋਂ ਆ ਟਪਕਿਆ। ਉਸ ਨੂੰ ਗਮ ਤੁਣਕੇ ਮਾਰ ਰਿਹਾ ਸੀ ਤੇ ਉਸ ਨੂੰ ਉਹ ਦਿਨ ਚੇਤੇ ਆ ਰਹੇ ਸਨ ਜਦੋਂ ਇੱਕ ਚੰਦਰੀ ਤੇ ਭਿਆਨਕ ਹਨੇਰੀ ਆਈ ਸੀ ਜੋ ਪਰਿਵਾਰਾਂ ਦੇ ਪਰਿਵਾਰ ਉਡਾ ਕੇ ਲੈ ਗਈ ਸੀ। ਪਰ ਉਸ ਕਾਸੇ ਦੇ ਉੱਪਰ ਦੀ ਚਾਹ ਭਰੀ ਤੇਜ਼ੀ ਤੇ ਉਤਾਵਲ ਉਸ ਨੂੰ ਸੁਰਜੀਤ ਕੌਰ ਦੇ ਘਰ ਵੱਲ ਖਿੱਚ ਰਹੀ ਸੀ ਤੇ ਉਹ ਖੁਸ਼ੀ ਵਿੱਚ ਲਹਿਰ ਲਹਿਰ ਹੋ ਗਈ। ਸ਼ੁਕਰ ਏ ਮੇਰਿਆ ਮਾਲਕਾ, ਉਸ ਖਾਨਦਾਨ ਦੀ ਕੋਈ ਨਿਸ਼ਾਨੀ ਤਾਂ ਮਿਲਾ ਦਿੱਤੀ ਰੱਬਾ। ਤੇ ਉਸ ਦੀਆਂ ਅੱਖਾਂ ਵਿੱਚੋਂ ਛਮ-ਛਮ ਕਰਦੇ ਅਥਰੂ ਘਰਾਲੀ ਵਹਿ ਤੁਰੇ। ਜਦੋਂ ਉਹ ਸੁਰਜੀਤ ਦੇ ਘਰ ਜਾਣ ਲਈ ਛੂਟ ਵੱਟਣਾ ਚਾਹੁੰਦੀ ਸੀ ਤਾਂ ਉਸ ਦੀ ਨਿਗਾਹ ਆਪਣੇ ਵੱਡੇ ਲੜਕੇ ਕਿਰਪਾਲ ਤੇ ਪਈ ਜੋ ਮੱਝਾਂ ਨੂੰ ਪੱਠੇ ਪਾ ਰਿਹਾ ਸੀ। ਉਸ ਨਾਲ ਖੁਸ਼ੀ ਸਾਂਝੀ ਕਰਦੀ ਹੋਈ ਉਹ ਇੱਕ ਤਰ੍ਹਾਂ ਨਾਲ ਚਿੰਗਾੜ ਕੇ ਹੀ ਬੋਲੀ, ਵੇ ਕਿਰਪਾਲ, ਤੇਰਾ ਨਾਨਾ ਆਇਆ ਵੇ। ਰੇਸ਼ਮ ਕੌਰ ਨੇ ਛੇਤੀ ਛੇਤੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝ ਲਈਆਂ। ਜਿੰਨੇ ਚਾਅ ਨਾਲ ਰੇਸ਼ਮ ਕੌਰ ਦੇ ਮੂੰਹੋਂ ਇਹ ਬੋਲ ਨਿਕਲੇ ਸਨ, ਉਸ ਦਾ 10ਵਾਂ ਹਿੱਸਾ ਵੀ ਕਿਰਪਾਲ ਤੇ ਅਸਰ ਨਹੀਂ ਸੀ ਹੋਇਆ। ਅਸਲ ਵਿੱਚ ਸੁਨੇਹਾ ਦੇਣ ਵਾਲਾ ਪਹਿਲਾਂ ਕਿਰਪਾਲ ਨੂੰ ਹੀ ਮਿਲਿਆ ਸੀ ਤੇ ਖਬਰ ਸੁਣ ਕੇ ਉਹ ਇੱਕ ਤਰ੍ਹਾਂ ਨਾਲ ਪੱਥਰ ਜਿਹਾ ਬਣ ਗਿਆ ਸੀ। ਮਾਸੀ ਸੁਰਜੀਤ ਕੌਰ ਨਾਲ ਤਾਂ ਉਹਦਾ ਬਹੁਤ ਮੋਹ ਸੀ, ਪਰ ਉਸ ਦੇ ਬਾਪ ਦੇ ਯਾਨੀ ਨਾਨੇ ਦੇ ਆਉਣ ਦਾ ਕੋਈ ਚਾਅ ਕਿਉਂ ਨਹੀਂ ਸੀ ਚੜਿਆ। ਜਦੋਂ ਰੇਸ਼ਮ ਕੌਰ ਕੋਲ ਆ ਕੇ ਬੋਲੀ ਸੀ, ਵੇ ਮੈਂ ਤੈਨੂੰ ਕੀ ਕਿਹਾ ਹੈ, ਤੇਰਾ ਨਾਨਾ ਆਇਆ, ਤੇਰੀ ਮਾਸੀ ਸੁਰਜੀਤ ਕੌਰ ਦਾ ਪਿਓ, ਤਾਂ ਉਹ ਸਿਰਫ ਇੰਨਾ ਹੀ ਜਵਾਬ ਦਿੱਤਾ ਸੀ, ਤੂੰ ਮੇਲਾ ਫਿਰ। ਮਾਂ ਦੀ ਇਸ ਹੁਬ ਦੇ ਬਾਵਜੂਦ ਨਾਨਾ ਸ਼ਬਦ ਨਾਲ ਉਸ ਦਾ ਕੋਈ ਲਗਾਓ ਹੀ ਨਹੀਂ ਸੀ। ਉਹ 40 ਨੂੰ ਟੁੱਕਿਆ 2 ਮੁੰਡਿਆਂ ਤੇ ਇੱਕ ਕੁੜੀ ਦਾ ਬਾਪ ਸੀ। ਅੱਜ ਤੱਕ ਉਸ ਆਪਣੀ ਮਾਂ ਦੇ ਮੂੰਹੋਂ ਬਾਪੂ ਜਾਂ ਨਾਨਾ ਸ਼ਬਦ ਨਹੀਂ ਸੀ ਸੁਣਿਆ। ਇਹ ਕਿਹੋ ਜਿਹਾ ਮੌਕਾ ਮੇਲ ਸੀ ਕਿ ਉਹ ਇੰਨਾ ਵੱਡਾ ਹੋ ਗਿਆ, ਪਰ ਉਹਨੂੰ ਇਹ ਨਹੀਂ ਸੀ ਪਤਾ ਕਿ ਉਸ ਦੇ ਨਾਨਕੇ ਕਿੱਥੇ ਹਨ। ਉਸ ਦਾ ਨਾਨਾ ਕੌਣ ਹੈ, ਅੱਜ ਨਾਨਾ ਕਿਧਰੋਂ ਆ ਗਿਆ। ਇਸ ਮਸਲੇ ਸੰਬੰਧੀ ਤਾਂ ਜਦੋਂ ਵੀ ਕੋਈ ਬੋਲ ਉਹਦੇ ਕੰਨੀ ਪਏ ਸਨ, ਕਾਲਜਾ ਵਿੰਨਣ ਵਾਲੇ ਹੀ ਪਏ ਸਨ। ਜਦੋਂ ਉਹਦੀ ਤਾਈ ਕਰਤਾਰੀ ਆਪਣੇ ਬੱਚਿਆਂ ਸਮੇਤ ਪੇਕੇ ਜਾਂਦੀ ਤਾਂ ਕਿੰਨੀ ਵਾਰ ਕਿਰਪਾਲ ਵੀ ਉਹਦੇ ਨਾਲ ਜਾਂਦਾ। ਉਹਦੇ ਮਨ ਵਿੱਚ ਰੀਝ ਰਹੀ ਸੀ ਕਿ ਉਹਦੀ ਮਾਂ ਵੀ ਆਪਣੇ ਬੱਚਿਆਂ ਨੂੰ ਆਪਣੇ ਪੇਕੇ ਲੈ ਕੇ ਨਾਨਕੇ ਵਿਖਾ ਕੇ ਲਿਆਵੇ। ਸੁਣ ਕੇ ਰੇਸ਼ਮ ਕੌਰ ਦੀ ਲੀਰ ਨਿਕਲ ਗਈ ਸੀ ਤੇ ਉਹ ਕਿੰਨਾ ਚਿਰ ਮਾਨੀ ਮਨ ਵਿੱਚ ਕੀਰਨੇ ਪਾਉਂਦੀ ਰਹੀ ਸੀ। ਫਿਰ ਮਾਂ ਦੀ ਚੁੱਪ ਚੋਂ ਗਮ ਭਰੀ ਢੁੰਨੀ ਪੈਦਾ ਹੁੰਦੀ ਰਹਿੰਦੀ ਸੀ ਜੋ ਕਿਰਪਾਲ ਦੇ ਹਿਰਦੇ ਉੱਤੇ ਹਥੌੜੀ ਵਾਂਗ ਠੱਕ ਠੱਕ ਵੱਜਦੀ ਰਹਿੰਦੀ। ਤੇ ਭਾਈ ਲੇਲਾ ਨਾਨਕਿਆਂ ਨੂੰ ਤਿਆਰ ਹੋ ਗਿਆ। ਉਸ ਦੀ ਮਾਂ ਨੇ ਉਸ ਨੂੰ ਢੋਲਕੀ ਵਿੱਚ ਬੰਦ ਕਰ ਦਿੱਤਾ। ਢੋਲਕੀ ਰੁੜਦੀ ਗਈ। ਫਿਰ ਉਸ ਨੂੰ ਬਗਿਆੜ ਨੇ ਘੇਰ ਲਿਆ। ਲੀਲੀਆਂ ਲੀਲੀਆਂ ਬਾਹਰ ਆ, ਮੈਂ ਤੈਨੂੰ ਖਾਨੀ ਆ।
बघियाड़ ने कहा, अगों लैला कहन लग्या, नानके घर जाऊंगा, लड्डू पेड़े खाऊंगा, मोटा होके आऊंगा, आउंदे नूं खा लई। नानके जान बघियाड़, शेर रिछ आपदे मिलन दी, फिर नानी कोल रह के लड्डू पेड़े खाण ते फिर अपने पिंड वापस परतन दी कहानी उसने अनेकां वार बेबे जां अब्बे पासों सुनी सी। उसदियां वड्डियां भैणां चन्नो ते धन्नो भी ਇਹ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸਨ। ਨਾਨਕਿਆਂ ਅਤੇ ਖੂੰਖਾਰ ਜਾਨਵਰਾਂ ਦਾ ਚੇਤਾ ਕਰਕੇ ਉਹ ਡਰ ਜਾਂਦਾ। ਸ਼ਾਇਦ ਉਸ ਦੇ ਨਾਨਕਿਆਂ ਦੇ ਰਾਹ ਵਿੱਚ ਵੀ ਬਹੁਤ ਸਾਰੇ ਜੰਗਲੀ ਜਨੌਰ ਬੈਠੇ ਸਨ ਤੇ ਫਿਰ ਉਸ ਨੇ ਨਾਨਕੀ ਜਾਣ ਦਾ ਖਿਆਲ ਛੱਡ ਦਿੱਤਾ। ਪਰ ਇੱਕ ਘੁਟਣ ਜਿਹੀ ਉਸ ਦੇ ਅੰਦਰ ਲੈ ਗਈ ਸੀ ਤੇ ਉਸ ਦੀ ਰੂਹ ਜਿਵੇਂ ਦੋ ਫਾੜ ਚੀਰੀ ਗਈ ਸੀ। ਇਹ ਕਿੰਨਾ ਜ਼ਹਿਰੀਲਾ ਅਹਿਸਾਸ ਸੀ ਕਿ ਉਸ ਦੇ ਕਿਤੇ ਨਾਨਕੇ ਨਹੀਂ ਹਨ ਜਾਂ ਉਸ ਦੇ ਨਾਨਕੇ ਤੇ ਦਾਦਕੇ ਇੱਕੋ ਪਿੰਡ ਹਨ, ਇੱਕੋ ਘਰ ਹੀ ਹੋਣ। ਜਿਵੇਂ ਬੇਨਤਾ ਤੇ ਗਿਲਾਨੀ ਦੇ ਭਾਵਾਂ ਵਿੱਚ ਨਪੀੜੇ ਕਿਰਪਾਲ ਨੂੰ ਅਨੇਕ ਵਾਰ ਆਪਣੇ ਬਾਪ ਤੇ ਗੁੱਸਾ ਆਇਆ ਸੀ। ਉਸ ਦੇ ਬਾਪ ਬੰਤਾ ਸਿੰਘ ਨੇ ਉਸ ਨੂੰ ਘੂਰਿਆ ਜਾਂ ਕੁੱਟਿਆ ਸੀ। ਉਹ ਮਨ ਹੀ ਮਨ ਵਿੱਚ ਚਿਤਾਰਨੋਂ ਨਹੀਂ ਸੀ ਰਹਿ ਸਕਿਆ। ਵੱਡਾ ਹੋ ਲੈਣ ਦੇ ਮੈਨੂੰ, ਤੇਰੀਆਂ ਵੱਢੂੰਗਾ ਲੱਤਾਂ। ਬੇਸ਼ੱਕ ਵੱਡਾ ਹੋ ਕੇ ਉਹ ਇਸ ਵਿਚਾਰ ਨੂੰ ਭੁੱਲ ਹੀ ਗਿਆ ਸੀ। ਇਹ ਸੰਤਾਪ ਕਿਹੜਾ ਘੱਟ ਸੀ ਕਿ ਉਸ ਨੂੰ ਰਿਸ਼ਤਾ ਵੀ ਨਾਨਕੇ ਵਿਆਹੁਣੀ ਔਰਤ ਦਾ ਹੀ ਹੋਇਆ। ਜੇ ਉਹ ਚੰਗੇ ਖਾਨਦਾਨ ਵਿੱਚ ਜੰਮਿਆ ਹੁੰਦਾ ਤਾਂ ਉਸ ਨੂੰ ਚੰਗੇ ਖਾਨਦਾਨ 'ਚੋਂ ਰਿਸ਼ਤਾ ਹੋਣਾ ਸੀ। ਉਸ ਦੀ ਤੀਵੀਂ ਭਾਵੇਂ ਚੰਗੀ ਸੀ, ਸੋਹਣੀ ਸੁਨੱਖੀ ਤੇ ਸਮਝਦਾਰ ਸੀ। ਉਸ ਨੇ ਇਸ ਪਰਿਵਾਰ ਲਈ 3 ਬੱਚੇ ਵੀ ਜੰਮੇ ਸਨ, ਪਰ ਸੀ ਤਾਂ ਉਹ ਉਜੜੇ ਜੰਮੇ ਪਿੰਡ ਖੋਖਰ ਦੇ ਇਮਲੀ ਤੇ ਘੂਰੀ ਬਚਣੇ ਦੀ ਔਲਾਦ, ਜਿਸ ਨੂੰ ਲੋਕ ਪਿੰਡ ਦੀ ਜੂਠ ਕਹਿੰਦੇ ਸਨ। ਵੱਡਾ ਟੁੱਕੀ ਵੇਲੇ ਉਹ ਪਿੰਡ ਦੀ ਹੀ ਮੁਸਲਮਾਨਾਂ ਦੀ ਕੁੜੀ ਨੂੰ ਚੁੱਕ ਲਿਆਇਆ ਸੀ। 6-7 ਸਾਲ ਦੀ ਬਾਲੜੀ ਨੂੰ ਵੱਡੀ ਵੀ ਨਹੀਂ ਸੀ ਹੋਣ ਦਿੱਤਾ। ਕੁੜੀ 10ਵਾਂ ਵਰ੍ਹਾ ਵੀ ਨਹੀਂ ਸੀ ਟੱਪੀ ਜਦੋਂ ਰੋਲ ਮਧੋਲ ਦਿੱਤੀ ਗਈ। 12ਵੇਂ ਵਰ੍ਹੇ ਹੀ ਲੱਛੋ ਨੇ ਇਸ ਪਰਥ ਨੂੰ ਜਨਮ ਦਿੱਤਾ ਸੀ, ਜੋ ਹੁਣ ਕਿਰਪਾਲ ਦੇ ਬੱਚਿਆਂ ਦੀ ਮਾਂ ਸੀ। ਕਿਰਪਾਲ ਤੇ ਪ੍ਰੀਤੋ ਨੇ ਕਿਵੇਂ ਪਹਿਲੀ ਹੀ ਰਾਤ ਇਹ ਰਾਜ਼ ਸਾਂਝੇ ਕਰ ਲਏ ਸਨ। ਇਵੇਂ ਕਰਕੇ ਸ਼ਾਇਦ ਉਹ ਆਪਣੇ ਜ਼ਖਮਾਂ ਤੇ ਮਲਮ ਲਾ ਰਹੇ ਸਨ ਜਾਂ ਅਣਜਾਣ ਪੁਣੇ ਵਿੱਚ ਕੁਰੇਦ ਰਹੇ ਸਨ। ਅਗਲੇ ਦਿਨ ਉਹ ਇੱਕ ਦੂਜੇ ਕੋਲੋਂ ਆਪਣਾ ਆਪ ਲੁਕਾਉਂਦੇ ਫਿਰਦੇ ਸਨ, ਜਿਵੇਂ ਦੋਵੇਂ ਹੀ ਇੱਕ ਦੂਜੇ ਦੀਆਂ ਨਜ਼ਰਾਂ ਵਿੱਚ ਨਾ ਕਦਰੇ ਹੋ ਗਏ ਸਨ। ਤੇ ਫਿਰ ਹੌਲੀ-ਹੌਲੀ ਸਭ ਕੁਝ ਸਹਿਜ ਹੋ ਗਿਆ ਸੀ। ਨਾਨਾ ਸ਼ਬਦ ਨੇ ਕਿਰਪਾਲ ਦੇ ਮਨ ਵਿੱਚ ਕੋਈ ਤਰੰਗ ਨਹੀਂ ਸੀ ਛੇੜੀ। ਉਹ ਉਵੇਂ ਦਾ ਉਵੇਂ ਟੋਕਰੇ ਭਰ ਕੇ ਪੱਠੇ ਖੁਰਲੀਆਂ ਵਿੱਚ ਉਲਟਾਉਂਦਾ ਰਿਹਾ। ਸਭ ਕੁਝ ਅਣ ਸੁਣਿਆ ਕਰਕੇ ਲੰਮੀ ਸਾਰੀ ਬਾਂਹ ਵਧਾ ਕੇ ਉਸਨੇ ਕੱਟੀ ਵੱਲ ਵੀ ਕੁਝ ਪੱਠੇ ਧੱਕ ਦਿੱਤੇ। ਉਸ ਦੇ ਕੰਨਾਂ ਵਿੱਚ ਫਿਰ ਉਹੀ ਬੋਲ ਗੂੰਜੇ, ਵੇ ਮੈਂ ਕਿਹਾ ਚੱਲ ਵੇ ਕਿਰਪਾਲ। ਕਹਿ ਕੇ ਰੇਸ਼ਮ ਕੌਰ ਨੇ ਬੁੱਲਾਂ ਤੇ ਮੁਸਕਰਾਹਟ ਲਿਆਉਣ ਦਾ ਯਤਨ ਕੀਤਾ। ਕਿਹੜਾ ਨਾਨਾ ਆਇਆ, ਐਵੇਂ ਭੁਕਾਈ ਮਾਰੀ ਜਾਨੀ ਹੈ। ਕਿਰਪਾਲ ਸਿੰਘ ਖਿਜਿਆ ਹੋਇਆ ਸੀ ਤੇ ਉਹ ਕੋਈ ਵੀ ਗੱਲ ਨਹੀਂ ਸੀ ਸੁਣਨਾ ਚਾਹੁੰਦਾ। ਵੇ ਸਹੁੰ ਤੇਰੀ, ਸੱਚੀ ਤੇਰੀ ਮਾਸੀ ਸੁਰਜੀਤ ਕੌਰ ਦਾ ਬਾਪੂ ਆਇਆ ਹੈ। ਉੱਪਰੋਂ ਵਿਖਾਏ ਚਾਹ, ਪਰ ਪਾਟੀ ਹੋਈ ਆਵਾਜ਼ ਵਿੱਚੋਂ ਉੱਠਦੇ ਗਮ ਦੇ ਗੁਬਾਰ ਦੇ ਬਾਵਜੂਦ ਕਿਰਪਾਲ ਦੇ ਅੰਦਰ ਕੋਈ ਚਿੰਗਿਆੜੀ ਨਾ ਪਖੀ। ਪਰ ਉਹ ਥੋੜਾ ਕੁ ਹਿਲਿਆ ਜ਼ਰੂਰ। ਐਵੇਂ ਝੂਠ ਮਾਰੀ ਜਾਨੀ ਹੈ। ਰੇਸ਼ਮ ਕੌਰ ਦੀ ਆਤਮਾ ਪੁਕਾਰ ਰਹੀ ਸੀ ਕਿ ਜੋ ਉਥਲ ਪੁਥਲ ਉਸ ਦੇ ਆਪਣੇ ਅੰਦਰ ਹੋ ਰਹੀ ਸੀ, ਉਸੇ ਤਰ੍ਹਾਂ ਦੀ ਉਥਲ ਪੁਥਲ ਕਿਰਪਾਲ ਦੇ ਅੰਦਰ ਵੀ ਹੋਣ ਲੱਗੇ ਕਿ ਇੱਕਦਮ ਭੁਚਾਲ ਆ ਜਾਵੇ। ਪਰ ਕਿਰਪਾਲ ਅਜੇ ਵੀ ਦੁਪਹਿਰ ਦੀ ਰੁਕੀ ਹੋਈ ਹਵਾ ਵਾਂਗ ਸਹਿਜ ਜਾਪ ਰਹੀ ਸੀ।
ਰੇਸ਼ਮ ਕੌਰ ਦੇ ਆਪਣੇ ਜ਼ੇਨ ਵਿੱਚ ਤਾਂ ਇੱਕ ਭੁਚਾਲ ਹੀ ਆਇਆ ਹੋਇਆ ਸੀ। ਉਹ ਚਾਹੁੰਦੀ ਸੀ ਕਿ ਕੋਈ ਉਸ ਨੂੰ ਵੀ ਆ ਕੇ ਸੁਨੇਹਾ ਦੇਵੇ, ਕੁੜੇ ਰੇਸ਼ਮ ਕੌਰੇ, ਤੇਰਾ ਬਾਪੂ ਆਇਆ ਹੈ। ਉਸ ਦੀਆਂ ਅੱਖਾਂ ਅੱਗੇ 11-12 ਸਾਲਾਂ ਦਾ ਉਹ ਸਾਰਾ ਬਚਪਨ ਘੁੰਮ ਗਿਆ। ਕਿਵੇਂ ਉਹਨਾਂ ਦੇ ਕੱਚੇ ਜਿਹੇ ਖੋਲੇ ਦੇ ਵਿਹੜੇ ਵਿੱਚ ਉਹਨਾਂ ਦਾ ਕੋਲੂ ਹੁੰਦਾ ਸੀ। ਉਸ ਦਾ ਅੱਬਾ ਚਰਾਗੂ ਬਲਦਾਂ ਦੀਆਂ ਅੱਖਾਂ ਬੰਨ੍ਹ ਕੇ ਬਲਦਾਂ ਜੋੜਦਾ ਤੇ ਲੋਕਾਂ ਦੀ ਸਰੋਂ ਪੀੜਦਾ ਰਹਿੰਦਾ, ਤੇ ਰੇਸ਼ਮ ਕਈ ਵਾਰ ਕੋਲੂ ਦੀ ਗਾਦੀ ਤੇ ਬੈਠ ਕੇ ਝੂਟੇ ਲੈਂਦੀ ਰਹਿੰਦੀ ਸੀ। ਪੁੱਤ ਤੇਰੀ ਸਹੁੰ ਵੇ, ਹੁਣ ਕੀਲੂ ਸੁਨੇਹਾ ਦੇ ਕੇ ਗਈ ਏ। ਕੀਬੇ ਦੀ ਕੁੜੀ ਸੁਰਜੀਤ ਕੌਰ ਦੇ ਮੁੰਡੇ ਕੀਬੇ ਨਾਲ ਉਸ ਦੀ ਚੰਗੀ ਸੁਥਰੀ ਪੈਂਦੀ ਸੀ। ਕੀਬੇ ਦੀ ਕੁੜੀ ਦਾ ਨਾਂ ਸੁਣ ਕੇ ਕਿਰਪਾਲ ਨੇ ਬੇਬੇ ਦੇ ਚਿਹਰੇ ਤੇ ਤਿਰਛੀ ਜਿਹੀ ਨਿਗਾਹ ਸੁੱਟੀ, ਜਿੱਥੇ ਪਹਿਲਾਂ ਨਾਲੋਂ ਥੋੜੀ ਕੁ ਰੌਣਕ ਪਰਤੀ ਹੋਈ ਸੀ। ਚੱਲ ਵੇ ਛੇਤੀ ਕਰ। ਮਾਂ ਦਾ ਹੁਕਮ ਸੁਣ ਕੇ ਉਹਨੇ ਟੋਕਾ ਮਸ਼ੀਨ ਦੇ ਮੂਹਰੇ ਪਏ ਕੁੱਤਰੇ ਉੱਪਰ ਵਗਾ ਮਾਰਿਆ ਅਤੇ ਹੱਥ ਛੱਡ ਕੇ ਆਪਣੇ ਕੱਪੜੇ ਝਾੜੇ। ਉਸ ਦਾ ਬਦਲਿਆ ਰੌਂ ਵੇਖ ਕੇ ਰੇਸ਼ਮ ਕੌਰ ਦੀਆਂ ਵਰਾਛਾਂ ਖਿੜ ਗਈਆਂ। ਸ਼ੁਕਰ ਹੈ ਮਹਾਰਾਜ ਤੇਰੇ ਘਰ ਨੂੰ, ਮਨ ਵਿੱਚ ਦੁਹਰਾਉਂਦੀ ਉਹ ਅੱਗੇ ਤੁਰ ਪਈ। ਪਿੱਛੇ ਪਿੱਛੇ ਆ ਰਿਹਾ ਕਿਰਪਾਲ ਉਸ ਨੂੰ ਹਿੰਮਤ ਅਤੇ ਹੌਸਲਾ ਦਿੰਦਾ ਜਾਪਦਾ ਸੀ। ਮਾਸੀ ਦਾ ਅਸਲ ਬਾਪ ਹੈ ਕੀ? ਇਹ ਨਾਨਾ ਕਿੱਥੋਂ ਆ ਗਿਆ? ਬੇਬੇ ਤਾਂ ਕਹਿੰਦੀ ਹੁੰਦੀ ਸੀ ਪਿੰਡ ਦਾ ਕੋਈ ਮੁਸਲਮਾਨ ਬਚਿਆ ਹੀ ਨਹੀਂ ਸੀ। ਪਿੱਛੇ ਪਿੱਛੇ ਜਾ ਰਿਹਾ ਕਿਰਪਾਲ ਸੋਚਦਾ ਜਾ ਰਿਹਾ ਸੀ। ਬੂਹੇ ਵੜਦਿਆਂ ਹੀ ਰੇਸ਼ਮ ਕੌਰ ਤੇ ਕਿਰਪਾਲ ਨੇ ਵੇਖਿਆ ਕਿ ਇੱਕ ਬ੍ਰਿਧ ਆਦਮੀ ਸੁਰਜੀਤ ਕੌਰ ਨੂੰ ਬਾਹਾਂ ਵਿੱਚ ਵਲੇਟੀ ਮੰਜੇ ਉੱਪਰ ਬੈਠਾ ਰੋ ਰਿਹਾ ਸੀ। ਸੁਰਜੀਤ ਕੌਰ ਦੀਆਂ ਚੀਕਾਂ ਅਸਮਾਨਾਂ ਨੂੰ ਪਾੜ ਰਹੀਆਂ, ਜੋ ਰੇਸ਼ਮ ਕੌਰ ਦੇ ਆਉਣ ਤੇ ਹੋਰ ਵੀ ਉੱਚੀਆਂ ਹੋ ਗਈਆਂ ਸਨ। ਕੁਝ ਤੀਵੀਆਂ ਮਰਦ ਅਤੇ ਨਿੱਕੇ ਵੱਡੇ ਮੁੰਡਿਆਂ ਕੁੜੀਆਂ ਦਾ ਉਰਾਂ ਤੱਕ ਝੁੰਡ ਜਿਹਾ ਬਣਿਆ ਹੋਇਆ ਸੀ, ਜਿਨ੍ਹਾਂ ਦੇ ਵਿੱਚੋਂ ਲੰਘ ਕੇ ਰੇਸ਼ਮ ਕੌਰ ਵੀ ਬਜ਼ੁਰਗ ਦੀਆਂ ਬਾਹਾਂ ਵਿੱਚ ਡਿੱਗ ਪਈ। ਬਜ਼ੁਰਗ ਨੇ ਸੁਰਜੀਤ ਕੌਰ ਨੂੰ ਛੱਡ ਕੇ ਰੇਸ਼ਮ ਕੌਰ ਨੂੰ ਬਾਹਾਂ ਵਿੱਚ ਕੁੱਟ ਲਿਆ। ਉਹ ਮੇਰੇ ਬੱਚੇ, ਤੁਸੀਂ ਅਜੇ ਜਿਉਂਦੀਆਂ ਜੇ? ਉਹ ਰੱਬਾ, ਤੇਰੀ ਇਹ ਕਿਹੋ ਜਿਹੀ ਰਜ਼ਾ ਹੈ? ਬਜ਼ੁਰਗ ਦੀ ਕਤਰੀ ਹੋਈ ਦਾੜੀ ਕੰਬ ਰਹੀ ਸੀ ਤੇ ਉਸ ਦੀਆਂ ਮੁੱਛਾਂ ਸਫਾ ਚੱਟ ਸਨ। ਉਹ ਜ਼ਾਰ-ਜ਼ਾਰ ਰੋਈ ਜਾ ਰਿਹਾ ਸੀ। ਉਸ ਦੇ ਹੰਝੂ ਹੁਣ ਰੇਸ਼ਮ ਕੌਰ ਦੇ ਚਿੱਟੇ ਹੋ ਗਏ ਵਾਲਾਂ ਵਿੱਚ ਗਵਾਚ ਰਹੇ ਸਨ। ਅੱਬਾ ਤੁਸੀਂ ਕਿੱਥੇ ਚਲੇ ਗਏ ਸੀ? ਇੰਨੇ ਸਾਲ ਕਿੱਥੇ ਰਹੇ ਅੱਬਾ? ਰੇਸ਼ਮ ਕੌਰ ਦੇ ਮੂੰਹੋਂ ਚਾਚਾ ਸ਼ਬਦ ਨਹੀਂ ਨਿਕਲ ਸਕਿਆ। ਆਪਣੇ ਜਾਣੇ ਤਾਂ ਉਹ ਯਾਨੀ ਚਾਚਾ ਹੀ ਕਹਿ ਰਹੀ ਸੀ। ਅੱਬਾ ਤੂੰ ਕਿੱਥੇ ਚਲਾ ਗਿਆ ਸੀ ਸਾਨੂੰ ਛੱਡ ਕੇ? ਤਿੰਨਾਂ ਦੇ ਹੀ ਜਿਗਰਾਂ ਦੇ ਜ਼ਖਮ ਮੁੜ ਤਾਜ਼ੇ ਹੋ ਗਏ। ਹੁਣ ਜਿਵੇਂ ਤਿੰਨਾਂ ਦੇ ਹਿਰਦਿਆਂ ਚੋਂ ਹੀ ਤਿੱਖੀਆਂ ਚੀਸਾਂ ਉੱਠ ਰਹੀਆਂ ਸਨ। ਜਾਪਦਾ ਸੀ ਹੁਣੇ ਹੀ ਅੰਬਰ ਫਿਸ ਪਏਗਾ। ਖੜਿਆਂ ਚੋਂ ਵੀ ਕਈਆਂ ਦੀਆਂ ਧੌਣਾਂ ਲੁੜਕੀਆਂ ਹੋਈਆਂ ਸਨ। ਮਾਹੌਲ ਬਦਲਿਆ। ਤਿੰਨੇ ਜਾਣੇ ਗੱਲੀ ਲੱਗ ਗਏ। ਉੱਥੇ ਕੌਣ ਹੈ ਚਾਚਾ? ਰੇਸ਼ਮ ਕੌਰ ਪਤਾ ਨਹੀਂ ਕਿਵੇਂ ਹੌਸਲਾ ਕਰ ਗਈ। ਸੁਰਜੀਤ ਕੌਰ ਤੋਂ ਆਪਣੀ ਗੱਲ ਵੀ ਨਹੀਂ ਸੀ ਪੁੱਛੀ ਗਈ। ਬਸ ਮੈਂ ਹੀ ਹਾਂ ਬੱਚਾ, ਬਾਕੀ ਤਾਂ ਸਾਰੀ ਇੱਧਰ ਹੀ। ਉਮਰਦੀਨ ਫੇਰ ਅੱਖਾਂ ਭਰ ਰਹੀਆਂ। ਰੇਸ਼ਮ ਕੌਰ ਤੇ ਸੁਰਜੀਤ ਕੌਰ ਦੀਆਂ ਫੇਰ ਲੀਰਾਂ ਨਿਕਲ ਗਈਆਂ। ਫੇਰ ਤਿੰਨੇ ਜਣੇ ਕੁਝ ਸੰਭਲੇ। ਰੇਸ਼ਮ ਕੌਰ ਨੇ ਚਾਚੇ ਉਮਰਦੀਨ ਦੇ ਚਿਹਰੇ ਤੇ ਇੱਕ ਭਰਵੀਂ ਨਜ਼ਰ ਸੁੱਟੀ। ਉਸ ਨੂੰ ਜਾਪਿਆ ਕਿ ਉਹ ਉਸ ਦਾ ਚਾਚਾ ਉਮਰਾ ਨਹੀਂ ਸੀ। ਉਹ ਤਾਂ ਉਦੋਂ ਪੂਰਾ ਹੱਟਾ ਕੱਟਾ ਨਵਾਂ ਨਰੋਇਆ ਨੌਜਵਾਨ ਸੀ, ਲੰਮਾ ਸੋਹਣਾ ਕਾਲੀ ਭਰਵੀਂ ਦਾੜੀ ਵਾਲਾ। ਉਹ ਸਿਰ ਤੇ ਪੱਗ ਬੰਨਿਆ ਕਰਦਾ ਸੀ। ਉਹਨੇ ਤਾਂ ਕਦੀ ਦਾੜੀ ਨੂੰ ਕੈਂਚੀ ਨਹੀਂ ਸੀ ਲਾਈ, ਭਾਵੇਂ ਉਸ ਵਿੱਚ ਪਹਿਲਾਂ ਦੀ ਵੇਖੀ ਹੋਈ ਨਿਸ਼ਾਨੀ ਨਹੀਂ ਸੀ ਦਿਸ ਰਹੀ, ਪਰ ਤਾਂ ਵੀ
ਜ਼ੋਰ ਪਾਉਣ ਤੇ ਰੇਸ਼ਮ ਕੌਰ ਨੂੰ ਕਤਰੀ ਹੋਈ ਦਾੜੀ ਤੇ ਮੁੱਛਾਂ ਚੋਂ ਚਾਚੇ ਉਮਰੇ ਦੀ ਨਕਸ਼ ਲੱਭ ਪਏ ਸਨ। ਪਰ ਹੁਣ ਉਹ ਉਮਰਾ ਨਹੀਂ ਸੀ, ਉਮਰਦੀਨ ਸੀ, ਜਿਸ ਨੇ ਸਿਰ ਤੇ ਚਿੱਟੀ ਰੇਸ਼ਮੀ ਟੋਪੀ ਲਈ ਹੋਈ ਸੀ। ਇਹ ਕੁੱਬ ਕੱਢਿਆ ਜਿਹਾ ਬੁੱਢਾ ਕੀ ਸੱਚਮੁੱਚ ਚਾਚਾ ਉਮਰਾ ਹੀ ਸੀ? ਨਹੀਂ ਨਹੀਂ, ਹੈ ਤਾਂ ਉਹੀ। ਰੇਸ਼ਮ ਕੌਰ ਦੇ ਅੰਦਰ ਉਧੇੜ ਬੰਨ ਹੁੰਦੀ ਰਹੀ ਸੀ। ਉਹ ਵੀ ਰੇਸ਼ਮਾ ਤੋਂ ਰੇਸ਼ਮ ਕੌਰ ਬਣਾ ਦਿੱਤੀ ਗਈ ਸੀ ਤੇ ਉਮਰਾ ਵੀ ਹਾਲਾਤ ਦਾ ਧੱਕਿਆ ਹੋਇਆ ਉਮਰਦੀਨ ਬਣ ਗਿਆ ਸੀ। ਇੱਕ ਵਾਰ ਫੇਰ ਰੇਸ਼ਮ ਕੌਰ ਨੂੰ ਇਹ ਜਾਪਿਆ ਜਿਵੇਂ ਉਹ ਰੇਸ਼ਮ ਕੌਰ ਤੋਂ ਮੁੜ ਰੇਸ਼ਮਾ ਬਣ ਗਈ ਹੋਵੇ। ਸੁਰਜੀਤ ਕੌਰ ਦਾ ਪਤੀ ਬੰਤਾ ਸਿੰਘ, ਜੋ ਅੱਜ ਕੱਲ੍ਹ ਪਿੰਡ ਦੇ ਗੁਰਦੁਆਰੇ ਦਾ ਪ੍ਰਧਾਨ ਸੀ, ਰੱਤਾ ਕੋ ਹਟਵੀਂ ਮੰਜੀ ਉੱਤੇ ਊਂਦੀ ਪਾਈ ਬੈਠਾ ਸੀ। ਉਸ ਦੇ ਮਨ ਵਿੱਚ ਬੁੱਢੇ ਉਮਰਦੀਨ ਦੇ ਆਉਣ ਨਾਲ ਕੋਈ ਚਾਅ ਪੈਦਾ ਨਹੀਂ ਸੀ ਹੋਇਆ। ਉਸ ਦੇ ਅੰਦਰ ਜੋ ਵੀ ਭਾਅ ਉਪਜ ਰਹੇ ਸਨ, ਉਹ ਉਹਨਾਂ ਨੂੰ ਛੁਪਾਉਣ ਦਾ ਹੀ ਯਤਨ ਕਰ ਰਿਹਾ ਸੀ। ਅਸਲ ਵਿੱਚ ਉਹ ਦੁਖੀ ਸੀ ਇਸ ਗੱਲੋਂ ਕਿ ਸਮੇਂ ਨੇ ਬੀਤੇ ਉੱਪਰ ਮਿੱਟੀ ਪਾ ਦਿੱਤੀ ਸੀ ਤੇ ਹੁਣ ਉਸ ਦੇ ਘਰ ਵਿੱਚ ਤੇਜ਼ ਵਰੋੜਾ ਉਸ ਮਿੱਟੀ ਨੂੰ ਉਡਾ ਕੇ ਬੀਤੇ ਨੂੰ ਨੰਗਾ ਕਰ ਰਿਹਾ ਸੀ। ਉਸ ਨੂੰ ਆਪਣਾ ਸਿਰ ਖਾਲੀ ਖੋਪੜੀ ਜਾਪਦਾ ਸੀ ਤੇ ਲੱਗਦਾ ਸੀ ਕਿ ਇਹ ਖੋਪੜੀ ਹੁਣੇ ਉਸ ਦੀ ਧੌਣ ਤੋਂ ਵੱਖ ਹੋ ਕੇ ਹੇਠਾਂ ਡਿੱਗ ਪਏਗੀ ਤੇ ਮਤੀਰੇ ਵਾਂਗ ਖਿਸ ਜਾਏਗੀ। ਬੰਤਾ, ਕਦੋਂ ਆਇਆ ਚਾਚਾ? ਰੇਸ਼ਮ ਕੌਰ ਨੇ ਬੰਤੇ ਵਿੱਚ ਕੁਝ ਰੂਹ ਫੂਕਣ ਲਈ ਉਸ ਨੂੰ ਝੰਜੋੜਿਆ, ਜਿਵੇਂ ਕਹਿ ਰਹੀ ਹੋਵੇ, ਦੋਸਤਿਓ, ਉਦੋਂ ਤਾਂ ਜਾਬਰ ਬਣੇ ਹੋਏ ਸੀ, ਹੁਣ ਸਹੁਰੇ ਨਾਲ ਅੱਖ ਵੀ ਨਹੀਂ ਮਿਲਾਉਂਦੇ। ਬੰਤਾ ਰੇਸ਼ਮ ਵੱਲ ਝਾਕਿਆ ਸੀ। ਇੱਕ ਵਾਰ ਉਸ ਨੂੰ ਰੇਸ਼ਮਾ ਦੀ ਆਵਾਜ਼ ਤਾਂ ਸੁਣੀ ਸੀ, ਪਰ ਸ਼ਬਦਾਂ ਦੀ ਸਮਝ ਨਹੀਂ ਸੀ ਆਈ। ਉਹ ਉੱਠ ਕੇ ਬੇਮਤਲਬਾ ਹੀ ਪਸ਼ੂਆਂ ਦੀਆਂ ਖੁਰਲੀਆਂ ਵੱਲ ਚਲਾ ਗਿਆ ਤੇ ਇਵੇਂ ਹੀ ਕੱਖਾਂ ਵਿੱਚ ਹੱਥ ਮਾਰਦਾ ਰਿਹਾ। ਉਸ ਦੇ ਅੰਦਰ ਵੀ ਕੋਈ ਉਥਲ-ਪੁਥਲ ਹੋ ਰਹੀ ਸੀ ਤੇ ਖਾਸ ਕਰਕੇ ਉਸ ਨੂੰ ਉਮਰੇ ਦੀ ਆਮਦ ਰੜਕ ਰਹੀ ਸੀ। ਉਹ ਕਿਹੋ ਜਿਹੀ ਚੰਦਰੀ ਹਵਾ ਵਗੀ ਸੀ, ਵਸਦੇ ਪੰਜਾਬ ਦੇ ਪਾਣੀਆਂ ਨੂੰ ਰੱਬ ਦੇ ਨਾਂ ਤੇ ਇੱਥੋਂ ਦੇ ਬੰਦਿਆਂ ਅੱਗਾਂ ਲਾ ਦਿੱਤੀਆਂ ਸਨ। 2 ਦਿਨ ਪਹਿਲਾਂ ਹਵਾ ਵਿੱਚ ਇੱਕ ਗੱਲ ਫੈਲਾਈ ਗਈ। ਉਧਰੋਂ ਇੱਕ ਗੱਡੀ ਆਈ ਏ, ਹਿੰਦੂ ਸਿੱਖ ਬੀਬੀਆਂ ਦੀ ਭਰੀ ਹੋਈ। ਅਲਫ ਨੰਗੀਆਂ ਬੀਬੀਆਂ ਦੀਆਂ ਛਾਤੀਆਂ ਤੇ ਜੀਭਾਂ ਵੱਡੀਆਂ ਹੋਈਆਂ, ਪੱਟਾਂ ਤੇ ਗੁਪਤ ਅੰਗਾਂ ਤੇ ਦਾਗ ਦਿੱਤੇ ਹੋਏ ਅਤੇ ਪਾਕਿਸਤਾਨ ਜ਼ਿੰਦਾਬਾਦ ਲਿਖਿਆ ਹੋਇਆ। ਪਿਛਲੇ ਕੁ ਪੈਰ ਦੇ ਨਾਲ ਸਾਰੇ ਪਿੰਡ ਵਿੱਚ ਇੱਕੋ ਰੌਲਾ ਮਚਿਆ ਹੋਇਆ ਸੀ। ਮੁਸਲਮਾਨ ਆ ਗਏ। ਮੁਸਲਮਾਨਾਂ ਨੇ ਪਿੰਡ ਤੇ ਹਮਲਾ ਕਰ ਦਿੱਤਾ। ਬੱਚਿਆਂ ਤੇ ਬੁੜਿਆਂ ਨੂੰ ਖਾਸ ਸੁਰੱਖਿਅਤ ਥਾਵਾਂ ਤੇ ਬੰਦ ਕਰਕੇ ਪਿੰਡ ਦੇ ਹਿੰਦੂ ਸਿੱਖ ਲੋਕ ਹੱਥਾਂ ਵਿੱਚ ਗੰਡਾਸੇ, ਬਰਛੀਆਂ, ਮਧਾੜੇ, ਸੱਪਾਂ ਜੰਗ ਆ ਚੁੱਕੀ ਗਲੀਆਂ ਵਿੱਚ ਨਿਕਲ ਆਏ ਸਨ। ਰਾਤ ਭਰ ਪਹਿਰਾ ਦੇ ਕੇ ਪਿੰਡ ਦੀ ਰਾਖੀ ਕੀਤੀ ਗਈ, ਪਰ ਕਿਸੇ ਪਾਸਿਓਂ ਕੋਈ ਮੁਸਲਮਾਨ ਹਮਲਾਵਰ ਨਹੀਂ ਸੀ ਵਿਖਾਈ ਦਿੱਤਾ। ਰਾਤ ਭਰ ਪਹਿਰੇਦਾਰਾਂ ਦੇ ਜੈਕਾਰੇ ਹੀ ਹਵਾ ਨੂੰ ਦੁਸ਼ਟ ਕਰਦੇ ਰਹੇ ਸਨ। ਅਗਲੇ ਦਿਨ ਕਈ ਸਿੱਖ ਪਰਿਵਾਰਾਂ ਨੂੰ ਮੁਸਲਮਾਨ ਪਰਿਵਾਰਾਂ ਨੇ ਸੁਰੱਖਿਆ ਦੀ ਫਰਿਆਦ ਕੀਤੀ ਸੀ। ਸਰਦਾਰ ਸਾਹਿਬ, ਗੁਰੂਆਂ ਨੇ ਹਮੇਸ਼ਾ ਮਜ਼ਲੂਮਾਂ ਦੀ ਰਾਖੀ ਕੀਤੀ ਸੀ। ਆਪਾਂ ਤਾਂ ਫੇਰ ਸਦੀਆਂ ਤੋਂ ਭਰਾਵਾਂ ਵਾਂਗ ਵਸਦੇ ਆ ਰਹੇ ਹਾਂ, ਬਚਾ ਲਓ। ਪਰ ਇਹ ਬੋਲ ਤਾਂ ਤਿੱਖੜ ਦੁਪਹਿਰ ਦੀ ਧੁੱਪ ਵਿੱਚ ਬਰਫ਼ ਦੀ ਡਲੀ ਵਾਂਗ ਸਨ, ਕਿਧਰੇ ਖੁਰ ਗਏ ਸਨ। ਸਿੰਘ ਬਦਲਾ ਲੈਣ ਲਈ ਉਤਾਰੂ ਸਨ ਤੇ ਉਸ ਦੇ ਨੀਲੀਆਂ ਤੇ ਖੱਟੀਆਂ ਪੱਗਾਂ ਦੀ ਗਿਣਤੀ ਕਈ ਗੁਣਾ ਵੱਧ ਗਈ ਸੀ। ਉਮਰਾ ਆਪਣੇ ਭਰਾ ਜਮਾਲੇ ਨਾਲ ਵੇਲੇ ਕੁਵੇਲੇ ਪਿੰਡ ਦੇ ਮੋਤਬਰ ਤੇ ਸਿਰ ਕੱਢਵੇਂ ਅਕਾਲੀ
ਚੰਨਣ ਸਿਉਂ ਦੇ ਘਰ ਆਇਆ ਸੀ। ਸਰਦਾਰਾ ਕੋਈ ਦਿੱਤੀਆਂ ਮੋਹਰੇ ਆਉਂਦੀਆਂ ਲੱਗਦੀਆਂ। ਉਹ ਹੱਥ ਬੰਨ੍ਹ ਕੇ ਕਿਵੇਂ ਗਿੜਗੜਾ ਰਹੇ ਸਨ। ਪੱਥਰ ਤੋਂ ਪੱਥਰ ਕਿਹੜਾ ਨਾ ਹੋਵੇ ਉਹ ਪਿਘਲ ਜਾਂਦਾ ਹੈ। ਆਪਣੀ ਜਾਨ ਦੀ ਪਰਵਾਹ ਨਹੀਂ ਗੁਰੂ ਦਿਆ ਸਿੰਘਾ। ਡਰ ਮਾਰਦਾ ਮੁਟਿਆਰਾਂ ਧੀਆਂ ਦਾ, ਹੋਰ ਨਾ ਕਿਧਰੇ ਇਹਨਾਂ ਦੀਆਂ ਇਸਤਾਂ ਖੇ ਖਰਾਬ ਹੋ ਜਾਣ। ਉਦੋਂ ਵੀ ਉਹਦੀਆਂ ਅੱਖਾਂ ਨੇ ਘਰਾਲੀ ਖੂਨ ਦੇ ਅਥਰੂ ਰੋਏ ਸਨ। ਕਿਵੇਂ ਦੋਵੇਂ ਭਰਾ ਹੱਥ ਜੋੜੀ ਇਉਂ ਖੜੇ ਸਨ ਜਿਵੇਂ ਪੱਥਰ ਦੇ ਬੁੱਤ ਖੜੇ ਹੋਣ। ਭਾਈ ਜੇ ਕਿਸੇ ਪਾਸੇ ਨਿਕਲਿਆ ਜਾਂਦਾ ਤੇ ਬਚ ਕੇ ਨਿਕਲ ਜਾਓ, ਸਾਡੇ ਕੋਲ ਵੀ ਕਿੰਨੇ ਛੱਡਣਾ ਤੁਹਾਨੂੰ। ਵੇਖੋ ਸੰਧੂ ਪਿੰਡ ਵਿੱਚ ਸਿੱਖਾਂ ਦੇ ਘਰਾਂ ਚੋਂ ਕੱਢ ਕੱਢ ਕੇ ਵੱਢ ਤੇ ਵਿਚਾਰੇ ਦਰਵੇਸ਼। ਚੰਨਣ ਸਿੰਘ ਚਾਹੁੰਦਾ ਤਾਂ ਸੀ ਕਿ ਸਾਰੇ ਮੁਸਲਮਾਨਾਂ ਨੂੰ ਆਪਣੇ ਅੰਦਰ ਲੁਕੋ ਲਵੇ, ਪਰ ਉਸ ਦੇ ਅੰਦਰ ਲੋੜੀਂਦੀ ਵਿੜਤਾ ਨਾ ਜਾਗ ਸਕੀ ਤੇ ਉਹ ਸਹੀ ਫੈਸਲਾ ਲੈਣ ਤੋਂ ਖੁੰਝ ਗਿਆ। ਕੁਝ ਕੁ ਪਰਿਵਾਰ ਚਾਰ ਛਿੱਲੜ ਤੇ ਟੂਮ ਟਾਕੀ ਸੰਭਾਲ ਕੇ ਪਿੰਡ ਛੱਡ ਵੀ ਗਏ ਸਨ ਤੇ ਕੁਝ ਕੋਲੇ ਅਮਾਨਤ ਗੁਆਂਢੀ ਸਿੱਖਾਂ ਨੂੰ ਸੌਂਪ ਕੇ ਚਾਲੇ ਪਾ ਦਿੱਤੇ ਸਨ। ਪਰ ਖਾਲਸੀ ਬਾਣੇ ਵਿੱਚ ਹਰਲ ਹਰਲ ਕਰਦੀਆਂ ਭੀੜਾਂ ਉਹਨਾਂ ਤੇ ਟੁੱਟ ਪਈਆਂ ਸਨ ਤੇ 35 ਦੇ ਕਰੀਬ ਮਰਦ, ਔਰਤਾਂ ਤੇ ਬੱਚੇ ਖੇਤਾਂ ਦੀਆਂ ਵੱਟਾਂ ਤੇ ਵੱਢ ਟੁੱਕ ਦਿੱਤੇ ਗਏ ਸਨ। ਉੱਥੇ ਹੀ ਛੋਟੇ ਛੋਟੇ ਟੋਏ ਪੁੱਟ ਕੇ ਮਿੱਟੀ ਪਾ ਦਿੱਤੀ ਗਈ ਸੀ, ਜਿਨ੍ਹਾਂ ਨੂੰ ਅਗਲੇ ਦਿਨ ਹੀ ਗਿੱਦੜ ਕੁੱਤੇ ਘਸੀਟੀ ਫਿਰਦੇ ਸਨ। ਅਗਲੇ ਹੀ ਦਿਨ ਲਾਗਲੇ ਪਿੰਡ ਦੇ ਮੌਕੇ ਤੇ ਸੱਜੇ ਖਾਲਸੀਆਂ ਨੇ ਧਾਵਾ ਬੋਲ ਦਿੱਤਾ ਸੀ। ਜੈਕਾਰੀਆਂ, ਚੀਕਾਂ, ਮਾਰੋ ਮਾਰੀ, ਬਚਾਓ ਬਚਾਓ ਦੀਆਂ ਭਿਆਨਕ ਆਵਾਜ਼ਾਂ ਦਾ ਤੂਫਾਨ ਆ ਗਿਆ ਸੀ। ਪਿੰਡ ਵਿੱਚ ਬਜ਼ੁਰਗ ਗਲਾਂ ਵਿੱਚ ਪੱਲੇ ਤੇ ਮੂੰਹ ਵਿੱਚ ਘਾਹ ਦੀਆਂ ਧਿੜਾਂ ਪਾ ਕੇ ਬਾਹਰ ਨਿਕਲ ਆਏ। ਗੁਰਦੇਵ, ਸਾਨੂੰ ਨਾ ਮਾਰੋ, ਨਾ ਮਾਰੋ, 10ਵੇਂ ਪਾਤਸ਼ਾਹ ਦੇ ਨਾਂ ਤੇ ਨਾ ਮਾਰੋ। ਪਰ ਕਿਸੇ ਨੂੰ ਬਖਸ਼ਿਆ ਨਾ ਗਿਆ। ਸਾਰਾ ਦਿਨ ਵੱਢ ਟੁੱਕ ਹੁੰਦੀ ਰਹੀ। ਕੁਝ ਅਣਖੀ ਤੇ ਦਲੇਰ ਮੁਸਲਮਾਨਾਂ ਨੇ ਜਮਾਲੇ ਦੇ ਘਰ ਇਕੱਠ ਕਰ ਲਿਆ। ਜਾਂ ਗਾਜ਼ੀ ਬਣਾਂਗੇ ਜਾਂ ਸ਼ਹੀਦ ਹੋਵਾਂਗੇ। ਕੱਟਰਪੁਣਾ ਉਹਨਾਂ ਤੇ ਵੀ ਹਾਵੀ ਹੋ ਗਿਆ ਤੇ ਫਿਰ ਕੁਰੂਕਸ਼ੇਤਰ ਦਾ ਮੈਦਾਨ ਫਤਿਹ ਕਰ ਲਿਆ ਗਿਆ ਸੀ। ਨੀਲੇ ਤੇ ਕੇਸਰੀ ਬਾਣਿਆਂ ਵਿੱਚ ਸੱਜੇ ਫੱਬੇ ਲੋਕ ਕੁਆਰੀਆਂ ਲੜਕੀਆਂ ਨੂੰ ਇੱਕ ਪਾਸੇ ਖੜਿਆਂ ਕਰੀ ਜਾ ਰਹੇ ਸਨ। ਕੁੜੀਆਂ ਹੱਥਾਂ ਚੋਂ ਨਿਕਲ ਆਪਣੇ ਸਕੇ ਸੰਬੰਧੀਆਂ ਦੀਆਂ ਲਾਸ਼ਾਂ ਉੱਪਰ ਲੇਟ ਜਾਂਦੀਆਂ। ਚਾਚਾ ਜੀ, ਤਾਇਆ ਜੀ, ਓਏ ਹਾਏ, ਸਾਨੂੰ ਕਿਉਂ ਨਹੀਂ ਮਾਰਦੇ? ਚਲੋ ਤਲਵਾਰ ਸਾਡੇ ਤੇ ਵੀ ਲਾ ਦਿਓ, ਸਾਡੇ ਗਾਟੇ ਵੀ। ਰੁਲਣ ਜੋਗੀਆਂ ਕਾਹਨੂੰ ਛੱਡਦੇ ਹੋ? ਕੁੜੀਆਂ ਵਾਸਤੇ ਪਾ ਰਹੀਆਂ ਸਨ ਤੇ ਮੁੜ ਮੁੜ ਕੇ ਤਾਏ, ਚਾਚੇ, ਬਾਬਿਆਂ ਦੇ ਥਾਂ ਲੱਗਦੇ ਲੋਕਾਂ ਨਾਲ ਚਿੰਬੜ ਮੌਤ ਦਾ ਦਾਨ ਮੰਗ ਰਹੀਆਂ ਸਨ। ਪਿੰਡ ਦੇ ਕੁਝ ਕਹਿੰਦੇ ਕੁਆਂਦੇ ਬਦਮਾਸ਼ਾਂ ਨੇ ਕੁੜੀਆਂ ਦੀ ਖਿੱਚ ਪਾੜ ਕਰਨ ਦਾ ਯਤਨ ਕੀਤਾ। ਚੁੱਪਚਾਪ ਖੜੇ ਪਿੰਡ ਦੇ 2 ਅੰਮ੍ਰਿਤਧਾਰੀ ਸਿੰਘ ਅੱਗੇ ਵਧੇ, ਜੰਗ ਸਿੰਘ ਤੇ ਬਸੰਤ ਸਿੰਘ। ਖਬਰਦਾਰ ਬਈ ਗੁੰਡਿਓ, ਇਹ ਬਲੀ ਪਾਪ ਨਾ ਕਰੋ। ਠਹਿਰੋ, ਇਹਨਾਂ ਨੂੰ ਗੁਰਦੁਆਰੇ ਲੈ ਚੱਲੋ ਜੇ ਅੰਮ੍ਰਿਤ ਛਕਣ ਨੂੰ ਤਿਆਰ ਨੇ ਤਾਂ। ਤੇ ਫਿਰ 21 ਕੁੜੀਆਂ ਦੀ ਟੋਲੀ ਨੂੰ ਗੁਰਦੁਆਰੇ ਵੱਲ ਹਿਕਲਿਆ ਗਿਆ। ਵਕਤ ਦਾ ਇਹ ਕਿਹੋ ਜਿਹਾ ਤਕਾਜ਼ਾ ਸੀ ਜਦੋਂ ਮਨੁੱਖ ਨਹੀਂ ਸੀ ਰਿਹਾ, ਸਗੋਂ ਜਾਂਗਲੀ ਹੋ ਗਿਆ ਸੀ। ਤੁਰਦੀ ਦੇ ਦੇਖ ਸਾਲੀ ਕਿਵੇਂ ਪੁਤਾਸ਼ੇ ਭੋਰਦੀ ਹੈ, ਇੱਕ ਮਸਟੰਦੇ ਨੇ ਹੋਏ ਕੀਤੀ ਸੀ। ਜਮਾਲੇ ਦੀ ਛੋਕਰੀ ਦੇ ਖਰਬੂਜ਼ੇ ਵੇਖੋ, ਚਿਰਾਗੂ ਦੀ ਬੱਚੀ ਦੀਆਂ ਅੰਬੀਆਂ। ਜੰਗ ਸਿੰਘ ਤੇ ਪ੍ਰਸੰਨ ਸਿੰਘ ਨੇ ਕਿਰਪਾਨਾਂ ਸੰਭਾਲ ਕੇ ਲਲਕਾਰਿਆ ਸੀ। ਕਿਉਂ ਮਗਜ਼ਾਲੀ ਮਾਰੀ ਏ? ਸ਼ਰਮ ਨਹੀਂ ਆਉਂਦੀ? ਉਹ ਇਹਨਾਂ ਦੇ ਖਸਮਾਂ ਨੇ ਸਾਡੇ ਨਾਲ ਉਧਰ ਭਲੀ ਗੁਜ਼ਾਰੀ ਏ। ਕਹਿਣ ਵਾਲਾ ਕਹਿ ਕੇ ਪਿੱਛੇ ਤੇ ਹਟ ਗਿਆ ਸੀ। ਉਸਨੇ ਪਤਾ ਹੀ ਨਾ ਲੱਗਣ ਦਿੱਤਾ ਕਦੋਂ ਕੁੜੀਆਂ ਦੇ ਪਿੱਛੇ ਬੰਨੇ ਹੋਏ ਇੱਕ ਦੀਆਂ ਛਾਤੀਆਂ ਤੇ ਰੁੱਗ ਭਰ ਲਿਆ ਤੇ ਦੂਜੀ ਦੇ ਪਿੱਛੇ ਉਂਗਲ ਦੇ ਦਿੱਤੀ। ਲਹੂ ਨਾਲ ਲਿਬੜੇ ਗੰਡਾਸੇ, ਬਰਛੇ, ਤਲਵਾਰਾਂ 21 ਕੁੜੀਆਂ ਦੇ ਦੁਆਲੇ
ਉੱਚੇ ਤਣੇ ਹੋਏ ਸਨ ਤੇ ਉਹਨਾਂ 21 ਦੀਆਂ 21 ਕੁੜੀਆਂ ਦੀਆਂ ਧੌਣਾਂ ਮੋਢਿਆਂ ਤੇ ਨਹੀਂ ਸਗੋਂ ਛਾਤੀਆਂ ਤੇ ਉੱਗੀਆਂ ਲੱਗਦੀਆਂ ਸਨ। ਉਹਨਾਂ ਦੀਆਂ ਗਰਦਨਾਂ ਜਿੰਨੀਆਂ ਛਾਤੀਆਂ ਤੇ ਲੁੜਕੀਆਂ ਹੋਈਆਂ ਸਨ, ਉਹਨਾਂ ਹੀ ਸਿੱਖ ਗੱਭਰੂਆਂ ਦੀਆਂ ਧੌਣਾਂ ਉੱਚੀਆਂ ਉੱਠੀਆਂ ਹੋਈਆਂ ਸਨ। ਗੁਰਦੁਆਰੇ ਤੱਕ ਆਉਂਦੀਆਂ 2 ਕੁੜੀਆਂ ਗਾਇਬ ਹੋ ਗਈਆਂ ਸਨ। 2 ਕੁੜੀਆਂ ਨਹੀਂ, 2 ਲਾਸ਼ਾਂ। 19 ਲਾਸ਼ਾਂ ਗੁਰਦੁਆਰੇ ਦੇ ਵਿਹੜੇ ਵਿੱਚ ਖੜੀਆਂ ਸਨ, ਉਸੇ ਮੁਦਰਾ ਵਿੱਚ, ਸਿਰ ਛਾਤੀਆਂ ਤੇ ਲੁੜਕੇ। ਦੱਸੋ ਕੁੜੀਓ, ਅੰਮ੍ਰਿਤ ਛਕਣ ਨੂੰ ਤਿਆਰ ਹੋ? ਕੋਈ ਸਿੰਘ ਮਜ਼ਲੂਮਾਂ ਦੀ ਰੱਖਿਆ ਲਈ ਨਿਤਰਿਆ ਸੀ। ਬੋਲੋ, ਛੇਤੀ ਬੋਲੋ। ਕੁੜੀਆਂ ਦੀ ਮੁਦਰਾ ਚੁੱਪ ਬੋਲ ਬੋਲ ਕੇ ਕਹਿ ਰਹੀ ਸੀ, ਅਸੀਂ ਹੁਣ ਕੇਵਲ ਲਾਸ਼ਾਂ ਹਾਂ। ਹੁਣ ਸਾਡਾ ਕੋਈ ਦੀਨ ਧਰਮ ਨਹੀਂ। ਅਸੀਂ ਮਿੱਟੀ ਹਾਂ ਤੇ ਮਿੱਟੀ ਦਾ ਕੋਈ ਧਰਮ ਨਹੀਂ ਹੁੰਦਾ। ਕੋਈ ਰੂਪ, ਕੋਈ ਸ਼ਕਲ, ਕੋਈ ਆਕਾਰ ਨਹੀਂ ਹੁੰਦਾ। ਮਿੱਟੀ ਨੂੰ ਕੋਈ ਜਿਵੇਂ ਮਰਜ਼ੀ ਡੋਲ ਲਵੇ। ਪਿੰਡ ਦਾ ਗੱਤਕੇਬਾਜ਼ ਨੌਜਵਾਨ ਪ੍ਰਸੰਨ ਸਿੰਘ ਕਿਸੇ ਅਜੀਬ ਜੋਸ਼ ਵਿੱਚ ਆ ਗਿਆ ਸੀ, ਜਿਵੇਂ ਅਚਣ ਚੇਤੀ ਜਾਗ ਪਿਆ ਹੋਵੇ। ਨਹੀਂ ਨਹੀਂ, ਪਿੰਡ ਦੀਆਂ ਕੁੜੀਆਂ ਦੇ ਪਿੰਡ 'ਚ ਸਹੁਰੇ ਨਹੀਂ ਬਣ ਸਕਦੇ। ਹੈ ਕੋਈ ਮਾਈ ਦਾ ਲਾਲ ਜੋ ਇਹਨਾਂ ਨੂੰ ਧਰਮ ਦੀਆਂ ਭੈਣਾਂ ਬਣਾ ਕੇ ਘਰ ਲੈ ਜਾਵੇ? ਤੂੰ ਆਪਣੀ ਖੈਰ ਮਨਾ ਤੇ ਲਾਂਬੇ ਹੋ ਜਾ, ਸਾਨੂੰ ਰੋਕਣ ਵਾਲਾ ਕੋਈ ਨਹੀਂ। ਸੰਤਾ ਵੱਧ ਗਿਆ ਸੀ ਤੇ ਜਾਪਦਾ ਸੀ ਕਿ ਉਹਨਾਂ ਦੀ ਆਪਸ ਵਿੱਚ ਤਲਵਾਰ ਖੜਕੇਗੀ। ਗੱਲ ਹੱਥੋਂ ਜਾਂਦੀ ਵੇਖ ਕੇ ਜੰਗ ਸਿੰਘ ਤੇ ਪ੍ਰਸੰਨ ਸਿੰਘ ਪੈਂਤਰੇ ਤੇ ਹੋ ਗਏ ਸਨ ਤੇ 2 ਜਣੇ ਹੋਰ ਉਹਨਾਂ ਦੀ ਮਦਦ ਤੇ ਹੋ ਗਏ ਸਨ। ਕੁੜੀਆਂ ਨੂੰ ਸਿਵਿਆਂ ਵੱਲ ਤੋਰ ਲਿਆ ਗਿਆ ਸੀ। ਫੇਰ ਸਿਵਿਆਂ ਕੋਲ ਜਾ ਉਹਨਾਂ ਨੂੰ ਇੱਕ ਕਤਾਰ 'ਚ ਖਲੋਣ ਲਈ ਕਿਹਾ ਗਿਆ। ਕੁੜੀਆਂ ਵਿੱਚ ਹਰਕਤ ਆਈ। ਇੱਕ ਵਾਰ ਫੇਰ ਉਹ ਹੱਡ ਮਾਸ ਦੀਆਂ ਜਿਉਂਦੀਆਂ ਜਾਗਦੀਆਂ ਮੂਰਤਾਂ ਸਨ। ਦੁਆ ਦੀ ਅਦਾ ਵਿੱਚ ਉਹਨਾਂ ਆਪਣੇ ਹੱਥ ਅੱਖਾਂ ਦੇ ਮੂਹਰੇ ਫੈਲਾਏ, ਅੱਖਾਂ ਨੂੰ ਚੁਹਾਏ ਤੇ ਫੇਰ ਉਹ ਇੱਕ ਕਤਾਰ ਵਿੱਚ ਖੜੋ ਗਈਆਂ। ਆਸੀਂ ਪਾਸੀਂ ਬਹੁਤ ਸਾਰੀਆਂ ਗਿਰਜਾਂ ਦੀ ਭੀੜ ਉਹਨਾਂ ਤੇ ਲੱਪ ਪੈਣ ਲਈ ਤਿਆਰ ਖੜੀ ਸੀ। ਜੰਗ ਸਿੰਘ ਤੇ ਪ੍ਰਸੰਨ ਸਿੰਘ ਦੀ ਮਦਦ ਲਈ 2 ਜਣੇ ਹੋਰ ਨਿਤਰੇ ਸਨ। ਬਾਈ, ਅਸੀਂ ਤੁਹਾਡੇ ਧਰਮ ਦੇ ਕੰਮ ਵਿੱਚ ਹੱਥ ਵੰਡਾਵਾਂਗੇ। ਨਵੇਂ ਆਏ 2 ਜਣੇ ਕੁੜੀਆਂ ਦੀ ਕਤਾਰ ਦੇ ਦੋਵੇਂ ਪਾਸੇ ਹੋ ਗਏ। 18 ਕੁੜੀਆਂ ਝਟਕੀਆਂ ਜਾ ਚੁੱਕੀਆਂ ਸਨ। 18 ਸੂਹੇ ਦਰਿਆ ਹੋਰ ਵਗ ਪਏ ਸਨ ਕਿ 19ਵੀਂ ਕੁੜੀ ਪ੍ਰਸੰਨ ਸਿੰਘ ਦੇ ਗਲ ਨਾਲ ਆ ਚਿੰਬੜੀ। ਪ੍ਰਸੰਨ ਸਿੰਘ ਨੇ ਵੇਖਿਆ ਉਹ ਦੁੱਲੇ ਲਲਾਰੀ ਦੀ ਧੀ ਜੀਨਾ ਸੀ। ਉਹ ਦੁੱਲੇ ਨੂੰ ਚਾਚਾ ਕਹਿ ਕੇ ਬੁਲਾਉਂਦਾ ਹੁੰਦਾ ਸੀ। ਬਚਪਨ ਤੋਂ ਹੀ ਉਹ ਆਪਣੀ ਬੇਬੇ ਦੇ ਨਾਲ ਸੂਤ ਜਾਂ ਫੁਲਕਾਰੀਆਂ ਬਾਗਾਂ ਦਾ ਕੱਪੜਾ ਰੰਗਾਉਣ ਵੇਲੇ ਉਹਨਾਂ ਦੇ ਘਰ ਜਾਂਦਾ ਰਿਹਾ ਸੀ। ਚਾਚੀ ਰਮਜ਼ਾਨਾ ਉਹਨੂੰ ਬੁੱਕਲ 'ਚ ਲੈ ਲੈਂਦੀ ਸੀ ਤੇ ਉਸਨੇ ਨਿੱਕੀ ਹੁੰਦੀ ਰਮਜ਼ਾਨਾ ਨੂੰ ਕਈ ਵਾਰ ਖਿਡਾਇਆ ਸੀ। ਭਾਈ, ਭੈਣ ਦੇ ਸਿਰ ਤੇ ਹੱਥ ਵੀ ਨਹੀਂ ਰੱਖੇਗਾ ਜਾਂਦੀ ਵਾਰ ਤਾਂ। ਅਖੀਰਲੀਆਂ ਗੱਲਾਂ ਕਰ ਲੈਣ ਦੇ ਭਾਈ। ਜੀਨਾ ਨੇ ਪ੍ਰਸੰਨ ਸਿੰਘ ਦਾ ਹੱਥ ਫੜਿਆ ਹੋਇਆ ਸੀ। ਰੱਖ ਦੇ ਭਾਈ ਸਿਰ ਤੇ ਹੱਥ। ਨਹੀਂ ਰੱਖਿਆ ਜਾਂਦਾ ਭੈਣੇ, ਸਿਰ ਤੇ ਹੱਥ ਨਹੀਂ ਰੱਖਿਆ ਜਾਂਦਾ। ਮੈਂ ਤਾਂ ਤੇਰੀ ਧੌਣ ਹੀ ਵੱਢ ਸਕਦਾ ਹਾਂ। ਪ੍ਰਸੰਨ ਸਿੰਘ ਦੀ ਲੀਰ ਨਿਕਲ ਗਈ। ਮੁਸਲਮਾਨ ਮਰਦ, ਔਰਤਾਂ, ਬੱਚਿਆਂ ਦੀਆਂ ਧੌਣਾਂ ਤੇ ਉਸ ਦੀ ਤਲਵਾਰ ਚੱਲਦੀ ਰਹੀ ਸੀ, ਪਰ ਉਸ ਦਾ ਚਿੱਤ ਨਹੀਂ ਸੀ ਡੋਲਿਆ। ਪਰ ਜੀਨਾ ਦੇ ਬੋਲਾਂ ਨੇ ਉਸ ਦੇ ਹੱਥ ਵਿੱਚ ਫੜੀ ਖੂਨ ਦੀ ਲਿਬੜੀ ਤਲਵਾਰ ਨੀਵੀਂ ਕਰ ਦਿੱਤੀ ਸੀ। ਜੀਨਾ ਧੌਣ ਚੁਕਾਈ ਉਸ ਦੇ ਮੂਹਰੇ ਖੜੀ ਸੀ। ਲਿਆ, ਸਿਰ ਪਲੋਸ ਦੇਣਾ ਹਾਂ। ਉਸ ਨੂੰ ਬਾਂਹ ਉੱਪਰ ਉਠਾਉਣ ਵੇਲੇ ਜਾਪਿਆ ਸੀ ਜਿਵੇਂ ਉਹ ਬਾਂਹ ਲੱਕੜ ਦੀ ਬਣ ਗਈ ਹੋਵੇ। ਬਾਈ, ਤਾਈ ਤੇ ਭੈਣ ਕੋਟੂ ਨੂੰ ਮੇਰੀ ਰਾਮ ਸੱਤ ਕਹੀਂ। ਆਖੀਂ ਬਹੁਤ ਯਾਦ ਕਰਦੀ ਸੀ। ਜੇ ਜਾਂਦੀ ਵਾਰ ਦੇ ਦਰਸ਼ਨ ਹੋ ਜਾਂਦੇ। ਅਨੇਕਾਂ ਬੁੜੀਆਂ ਬੰਦਿਆਂ ਤੋਂ ਲੋਥਾਂ ਵਿੱਚ ਬਦਲ ਦੇਣ ਵਾਲਾ ਪ੍ਰਸੰਨ ਸਿੰਘ ਬਰਨ ਕੰਬੀ ਜਾ ਰਿਹਾ ਸੀ। ਉਸ ਦਾ ਹੱਥ ਪਤਾ ਨਹੀਂ ਕਦੋਂ ਜੀਨੇ ਦੇ ਸਿਰ ਤੋਂ ਤਿਲਕ ਗਿਆ ਤੇ ਉਸ ਨੇ ਹੰਝੂ ਲੁਕਾਉਣ ਲਈ ਮੂੰਹ ਦੂਜੇ ਪਾਸੇ ਕਰ ਲਿਆ। ਜੀਨੀ ਨੂੰ ਕਿੰਨੇ ਕਿਸ ਵੇਲੇ ਝਟਕਿਆ, ਪ੍ਰਸੰਨ ਸਿੰਘ ਨੂੰ ਕੋਈ ਸੁੱਧ ਬੁੱਧ ਨਹੀਂ ਸੀ।
ਉਹ ਤਾਂ ਪਹਿਲਾਂ ਹੀ ਪਰੇ ਜਾ ਕੇ ਪੈਰਾਂ ਭਾਰ ਸਿਰ ਗੋਡਿਆਂ 'ਚ ਦੇ ਕੇ ਬੈਠ ਗਿਆ ਸੀ ਤੇ ਇੱਕ ਨਾਟਕ ਖਤਮ ਹੋ ਗਿਆ ਸੀ। ਬਹੁਤ ਦਿਨਾਂ ਬਾਅਦ ਪਤਾ ਲੱਗਿਆ ਸੀ ਕਿ 21 ਕੁੜੀਆਂ 'ਚੋਂ 2 ਰੇਸ਼ਮਾ ਤੇ ਰਹਿਮਤ ਤੇ ਪਿੰਡ ਵਿੱਚ ਹੀ ਜੱਟ ਮੁੰਡਿਆਂ ਨੇ ਛੁਪਾਈਆਂ ਹੋਈਆਂ, ਪਰ ਤਦ ਤੱਕ ਮਿਲਟਰੀ ਵਾਲੇ ਹੁਣ ਛਾਣ ਕਰਕੇ ਜਾ ਚੁੱਕੇ ਸਨ। ਭੁੱਲਰਾਂ 'ਚੋਂ ਬੰਤੇ ਨੇ ਰਹਿਮਤ ਤੇ ਹਾਸਿਆਂ 'ਚੋਂ ਭੰਗੇ ਨੇ ਰੇਸ਼ਮਾ ਨੂੰ ਵਸਾ ਲਿਆ ਸੀ। ਕਹਿੰਦੇ ਨੇ ਦੋਵਾਂ ਕੁੜੀਆਂ ਨੇ 2-3 ਵਾਰ ਆਤਮ ਹੱਤਿਆ ਕਰਨ ਦਾ ਯਤਨ ਕੀਤਾ ਸੀ, ਪਰ ਉਹਨਾਂ ਤੇ ਸਖਤ ਨਿਗਰਾਨੀ ਜੋ ਰੱਖੀ ਜਾਂਦੀ ਸੀ, ਪੇਸ਼ ਨਹੀਂ ਸੀ ਚੱਲੀ। ਦੋਵੇਂ ਜਣੀਆਂ ਉਮਰੇ ਦੀ ਵੱਖੀ ਨਾਲ ਲੱਗੀਆਂ ਵਿਲਕ ਰਹੀਆਂ ਸਨ। ਤਿੰਨਾਂ ਦੇ ਬੁੱਲਾਂ ਉੱਪਰ ਸ਼ਬਦ ਸਿਕਰੀ ਬਣ ਕੇ ਸੁੱਕ ਗਏ ਸਨ ਤੇ ਫਿਰ ਬਹੁਤ ਚਿਰ ਬਾਅਦ ਉਮਰੇ ਦੇ ਬੁੱਲਾਂ ਵਿੱਚ ਕੰਬਣੀ ਛਿੜੀ ਸੀ। ਇਹ ਕੁੜੀ ਸ਼ਾਇਦ ਸੁਰਜੀਤ ਕੌਰ ਨੇ ਪਹਿਲਾਂ ਵੀ ਉਸ ਦਾ ਨਾਂ ਲਿਆ ਸੀ, ਪਰ ਉਮਰੇ ਨੂੰ ਚੇਤਾ ਨਹੀਂ ਸੀ। ਇਹ ਤਾਂ ਇਹ ਜਮਾਲੇ ਦੀ ਰੇਸ਼ਮਾ ਹੈ। ਰਹਿਮਤ ਨੇ ਅੱਖਾਂ 'ਚ ਚੁੰਨੀ ਤੁੰਨ ਕੇ ਭਰੜਾਈ ਆਵਾਜ਼ ਵਿੱਚ ਕਿਹਾ, ਓਏ ਪੁੱਤ, ਤੇ ਇਸ ਤੋਂ ਅੱਗੇ ਉਹ ਕੁਝ ਨਹੀਂ ਕਹਿ ਸਕਿਆ। ਉਸ ਦਾ ਸੰਗ ਸੁੱਕ ਗਿਆ, ਜਾਪਦਾ ਸੀ। ਲਾਟ ਜਿੱਡੀ ਧਾਹ ਨੂੰ ਕਾਬੂ ਕਰਕੇ ਉਸਨੇ ਫੇਰ ਕੁਝ ਕਹਿਣ ਦਾ ਯਤਨ ਕੀਤਾ, ਪਰ ਉਸ ਦੀ ਘਿੱਗੀ ਵੱਜ ਗਈ ਸੀ। ਤੁਸੀਂ ਸੰਤਾਪ ਭੋਗਣ ਨੂੰ ਬਚ ਗਈਆਂ ਹੋ ਬੱਚਿਓ। ਉਸ ਦੇ ਮੂੰਹੋਂ ਟੁੱਟ ਕੇ ਸ਼ਬਦ ਡਿੱਗ ਰਹੇ ਸਨ। ਰੇਸ਼ਮਾ ਫਿਰ ਉਸ ਦੀ ਬੁੱਕਲ ਵਿੱਚ ਢੇਰੀ ਹੋ ਗਈ। ਕਿਰਪਾਲ ਥੋੜਾ ਪਰਾਂ ਧੌਣ ਝੁਕਾਈ ਖੜਾ ਸੀ। ਉਸ ਨੂੰ ਨਾ ਰੋਣ ਆ ਰਿਹਾ ਸੀ ਤੇ ਨਾ ਹੀ ਨਾਨੇ ਦੇ ਆਉਣ ਦੀ ਕੋਈ ਖੁਸ਼ੀ ਹੋ ਰਹੀ ਸੀ। ਉਸ ਨੂੰ ਤਾਂ ਸਗੋਂ ਜਾਪ ਰਿਹਾ ਸੀ ਜਿਵੇਂ ਉਸ ਦੀ ਆਤਮਾ ਇਸ ਬਜ਼ੁਰਗ ਨੇ ਆ ਕੇ ਬੇਪਰਦ ਕਰ ਦਿੱਤੀ ਹੋਵੇ, ਜਿਸ ਉੱਪਰ ਹਾਲਾਤ ਵੱਲੋਂ ਕੀਤੇ ਜ਼ਬਰ ਜ਼ਨਾਹ ਦੇ ਦਾਗ ਕੁੱਲ ਲੁਕਾਈ ਅੱਗੇ ਨੰਗੇ ਹੋ ਗਏ ਹੋਣ। ਉਹ ਮੁਸਲਮਾਨਣੀ ਦਾ ਪੁੱਤ ਹੈ। ਉਸ ਦੀ ਮਾਂ ਨੂੰ ਵੱਡਾ ਟੁੱਕੀ ਵੇਲੇ ਉਸ ਦੇ ਪਿਓ ਨੇ ਕਾਬੂ ਕਰ ਲਿਆ ਸੀ। ਉਹ ਉਮਰੇ ਇੱਕ ਗਰੀਬ ਮੁਸਲਮਾਨ ਜੱਟ ਦੀ ਧੀ ਸੀ। ਕਿਰਪਾਲ ਦੀ ਚੇਤਨਾ ਗੁੰਮ ਸੀ ਤੇ ਉਸ ਦੀ ਆਤਮਾ ਤੇ ਪਿੰਡੇ ਉੱਪਰ ਜਿਵੇਂ ਇਹ ਸ਼ਬਦ ਝਰੀਟੇ ਪਾ ਰਹੇ ਸਨ, ਓਏ ਪੁੱਤ, ਮੈਂ ਤਾਂ ਆਸ ਹੀ ਮੁਕਾ ਦਿੱਤੀ ਸੀ। ਇਹ ਤਾਂ ਆਪਣਾ ਧੰਨਾ ਸਿਉਂ ਐਤਕੀ ਯਾਤਰਾ ਤੇ ਗਿਆ, ਮਿਲ ਪਿਆ। ਮੈਂ ਪੁੱਛ ਲਿਆ, ਬਈ ਸਰਦਾਰ ਕਿਹੜੇ ਥਾਂ ਦੌਲਤਖਾਨਾ ਏ? ਕਹਿੰਦਾ ਬਾਜਕ। ਮੈਨੂੰ ਤਾਂ ਜਿਵੇਂ ਰੱਬ ਹੀ ਮਿਲ ਪਿਆ। ਮੈਂ ਉਸਦੇ ਗਲ ਨੂੰ ਚੰਬੜ ਕੇ ਪੁੱਬਾਂ ਮਾਰ-ਮਾਰ ਰੋਇਆ। ਗੱਲਾਂ ਕਰਦੇ ਵਕਤ ਜਦੋਂ ਉਮਰੇ ਦੇ ਮੂੰਹੋਂ ਆਪਣਾ ਧੰਨਾ ਸਿਉਂ ਸ਼ਬਦ ਨਿਕਲੇ ਸਨ ਤਾਂ ਉਸ ਦੀ ਰੂਹ ਉੱਪਰ ਬੀਤੇ ਦਾ ਕੋਈ ਪਰਛਾਵਾਂ ਨਹੀਂ ਸੀ। ਕਿਰਨਾਂ ਦਾ ਇੱਕ ਵੀ ਸ਼ਬਦ ਉਸ ਦੀ ਆਤਮਾ ਦੀ ਧਰਤੀ ਤੇ ਨਹੀਂ ਸੀ ਫੁੱਟਿਆ ਹੋਇਆ। ਉਹ ਤਾਂ ਰੇਸ਼ਮਾ ਦੇ ਮੋਢੇ ਤੇ ਹੱਥ ਰੱਖ ਕੇ ਨੀਵੀਂ ਪਾਈ ਬਸ ਧਰਤੀ 'ਚੋਂ ਕੁਝ ਲੱਭ ਰਿਹਾ ਸੀ ਜਾਂ ਧਰਤੀ ਦਾ ਸ਼ੁਕਰਾਨਾ ਅਦਾ ਕਰ ਰਿਹਾ ਸੀ। ਉਸ ਨੇ ਹੀ ਤੁਹਾਡੇ ਬਾਰੇ ਦੱਸਿਆ ਵੀ ਸੁੱਖ ਨਾਲ ਦੋਵੇਂ ਧੀਆਂ ਪੁੱਤਾਂ 'ਚ ਖੇਡਦੀਆਂ ਨੇ। ਸੁੱਖ ਨਾਲ ਤੇ ਫਿਰ ਧੀਆਂ ਪੁੱਤਾਂ 'ਚ ਖੇਡਦੀਆਂ ਸ਼ਬਦ ਉਸ ਦੇ ਭਰੜਾਏ ਗਲ 'ਚੋਂ ਫਸ ਕੇ ਟੁੱਟ ਕੇ ਨਿਕਲੇ ਸਨ। ਇਹ ਮੁੰਡਾ? ਉਮਰੇ ਨੇ ਕਿਰਪਾਲ ਵੰਨੀ ਵੇਖ ਕੇ ਪੁੱਛਿਆ। ਰੇਸ਼ਮਾ ਦਾ ਮੁੰਡਾ ਹੈ। ਸੁਰਜੀਤ ਕੌਰ ਯਾਨੀ ਰਹਿਮਤ ਨੇ ਰੇਸ਼ਮਾ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ। ਕਿਰਪਾਲ ਨੇ ਸਭ ਕੁਝ ਸੁਣ ਲਿਆ ਸੀ, ਪਰ ਉਹ ਨਾਨੇ ਵੱਲ ਨਹੀਂ ਸੀ ਓਲਿਆ। ਉਮਰੇ ਨੇ ਹੀ ਆਪਣੇ ਬੁੱਢੇ ਹੱਥਾਂ ਨੂੰ ਚੁੱਕਿਆ ਸੀ ਤੇ ਉਸ ਦੇ ਕੋਲ ਜਾ ਕੇ ਸਿਰ ਪਲੋਸਿਆ ਸੀ। ਉਮਰਾ ਹੀ ਤਾਂ ਉਹਨਾਂ ਦੇ ਕੋਲ ਚੱਲ ਕੇ ਆਇਆ ਸੀ। ਜਿਉਂਦਾ ਵਸਦਾ ਰਹੋ ਪੁੱਤਰਾ। ਉਮਰੇ ਦੇ ਮੂੰਹੋਂ ਮਸਾਂ ਹੀ ਇਹ ਬੋਲ ਨਿਕਲੇ ਸਨ। ਉਹ ਬੋਲ ਤਾਂ ਜਿਵੇਂ ਉਸਨੇ ਇੱਥੋਂ ਹੀ ਉਧਾਰੇ ਲਏ ਸਨ ਤੇ ਇਸ ਧਰਤੀ ਨੂੰ ਹੀ ਮੋੜ ਜਾਣੇ ਸਨ। ਇਹਨੇ ਨੂੰ ਸੁਰਜੀਤ ਕੌਰ ਤੇ ਦੋਵੇਂ ਮੁੰਡੇ ਕੀਲਾ ਤੇ ਪਾਲਾ ਵੀ ਖੇਤੋਂ ਆ ਗਏ ਸਨ।
ਉਹ ਵੀ ਇੱਕ ਮੁਸਲਮਾਨ ਬਜ਼ੁਰਗ ਨੂੰ ਇਸ ਹਾਲਤ ਵਿੱਚ ਵੇਖ ਕੇ ਇੱਕ ਤਰ੍ਹਾਂ ਫਿੰਬਰ ਹੀ ਗਏ ਸਨ। ਜਾਣ ਪਛਾਣ ਕਰਾਉਣ ਤੇ ਉਮਰੇ ਨੇ ਉਹਨਾਂ ਦੇ ਵੀ ਸਿਰ ਪਲੋਸ ਦਿੱਤੇ। ਫਿਰ ਵਾਰੀ-ਵਾਰੀ ਉਹਨਾਂ ਦੀਆਂ ਨੋਹਾਂ ਅਣਮੰਨੇ ਜਿਹੇ ਦਿਲ ਨਾਲ ਉਸ ਦੇ ਪੈਰੀਂ ਹੱਥ ਲਾਉਣ ਆਈਆਂ। ਕਿਸੇ ਦੀ ਜ਼ੁਬਾਨ ਤੇ ਨਾਨਾ ਸ਼ਬਦ ਆਇਆ ਹੋਵੇ, ਪੱਕ ਨਾਲ ਨਹੀਂ ਕਿਹਾ ਜਾ ਸਕਦਾ। ਬੰਤਾ ਅਜੇ ਵੀ ਪਸ਼ੂਆਂ ਦੇ ਅੱਗੇ ਪਿੱਛੇ ਹੀ ਫਿਰ ਰਿਹਾ ਸੀ। ਉਸ ਵਿੱਚ ਹਿੰਮਤ ਨਹੀਂ ਸੀ ਕਿ ਉਹ ਉਮਰਦੀਨ ਦੇ ਮੱਥੇ ਲੱਗ ਸਕੇ। ਪਿੰਡ ਵਿੱਚ ਸਦਾ ਉੱਚੀ ਰਹਿਣ ਵਾਲੀ ਧੌਣ ਅੱਜ ਉਮਰੇ ਦੀ ਆਮਦ ਤੇ ਝੁਕਾ ਦਿੱਤੀ ਸੀ। ਉਦੋਂ ਤਾਂ ਉਹ ਰਹਿਮਤੇ ਦੇ ਪਿੱਛੇ ਇੱਕ ਦੋ ਜਣਿਆਂ ਨਾਲ ਖੂਨੀ ਲੜਾਈ ਲੜਨ ਲਈ ਵੀ ਤਿਆਰ ਹੋ ਗਿਆ ਸੀ, ਪਰ ਅੱਜ ਜਿਵੇਂ ਉਮਰਾ ਸਾਰੀਆਂ ਬਾਜ਼ੀਆਂ ਹਾਰ ਕੇ ਅੰਤਮ ਬਾਜ਼ੀ ਜਿੱਤ ਗਿਆ ਸੀ ਤੇ ਉਸ ਨੂੰ ਜਿਵੇਂ ਲਾਂਤਾਂ ਪਾ ਰਿਹਾ ਸੀ। ਹੁਣ ਇੱਕ ਵਾਰੀ ਤਾਂ ਆਖਦੇ ਕੋਲ ਜਾ ਕੇ ਬਈ ਵੇਖ ਲੈ ਚਾਚਾ, ਮੈਂ ਤੇਰੀ ਅਮਾਨਤ ਸਾਂਭ ਕੇ ਰੱਖੀ ਏ। ਸੁਰਜੀਤ ਕੌਰ ਉੱਥੋਂ ਉੱਠ ਕੇ ਉਸ ਨੂੰ ਕਹਿਣ ਆਈ ਸੀ, ਜਾਂ ਉਸ ਦੀ ਆਪਣੀ ਆਤਮਾ ਵਿੱਚੋਂ ਹੀ ਇਹ ਬੋਲ ਉੱਠੇ ਸਨ। ਉਸ ਦੀ ਆਤਮਾ ਹੀ ਪੁਕਾਰ ਰਹੀ ਸੀ, ਪਰ ਉਸ ਕੋਲੋਂ ਆਪਣੀ ਆਤਮਾ ਦੀ ਆਵਾਜ਼ ਸੁਣੀ ਨਹੀਂ ਸੀ ਜਾ ਰਹੀ। ਸੁਣੀ ਵੀ ਕਦੋਂ ਸੀ? ਉਸ ਦੇ ਕੰਨਾਂ ਵਿੱਚ ਭਾਦੋਂ ਦੇ ਮਹੀਨੇ ਦੀ ਉਸ ਰਾਤ ਦੇ ਸੰਨਾਟੇ ਨੂੰ ਵਿੰਦ ਦੇ ਬੋਲ ਗੂੰਜ ਰਹੇ ਸਨ। ਹਾਏ ਤੂੰ ਮੈਨੂੰ ਧਰਮ ਦੀ ਭੈਣ ਬਣਾ ਕੇ ਰੱਖ ਲੈ, ਭਾਵੇਂ ਕਿਸੇ ਦੇ ਤੋਰ ਦੇਈਂ। ਬਾਈ ਤਾਈ ਨੂੰ ਤਾਈ ਹੀ ਰਹਿਣ ਦੇ, ਸੱਸ ਨਾ ਬਣਾ। ਰਾਣੋ ਤੇ ਭੋਲੀ ਮੇਰੀਆਂ ਸਹੇਲੀਆਂ ਸਕੀਆਂ, ਨੰਦਾ ਨਾ ਬਣਾ ਮੇਰਾ ਬਾਈ ਬਣ ਕੇ। ਹਾੜੇ ਬਾਈ, ਅੰਤਿਮ ਸਮੇਂ ਤੱਕ ਉਹ ਹਾੜੇ ਕੱਢਦੀ ਸੀ ਤੇ ਫਿਰ ਕੁਝ ਹੀ ਛਣਾਂ ਵਿੱਚ ਉਸ ਦੀਆਂ ਚੀਕਾਂ ਤੇ ਹਟਕੋਰਿਆਂ ਵਿੱਚ ਰਹਿਮ ਤੇ ਹਮੇਸ਼ ਲਈ ਵੜ ਗਈ ਅਤੇ ਸੁਰਜੀਤ ਕੌਰ ਦੇ ਕੰਨਾਂ ਵਿੱਚ ਇਹ ਬੋਲ ਸੂਲਾਂ ਵਾਂਗ ਚੁਭਦੇ ਰਹੇ ਸਨ। ਵੇਖ ਸਾਲੀ ਕੀ ਕਰਦੀ ਹੈ, ਤੁਹਾਡਿਆਂ ਨੇ ਉਧਰ ਸਾਡੀਆਂ ਨਾਲ ਘੱਟ ਕੀਤੀ ਹੈ। ਬੰਤੇ ਨੂੰ ਕੋਈ ਕੁਝ ਵੀ ਕਹਿਣ ਵਾਲਾ ਨਹੀਂ ਸੀ। ਰਾਤ ਦਾ ਹਨੇਰਾ ਉਸ ਦੀ ਹਰ ਇੱਕ ਹਰਕਤ ਨੂੰ ਪਨਾਹ ਦੇ ਰਿਹਾ ਸੀ। ਬੰਤੇ ਨੇ ਜੋ ਹੁਣ ਗੁਰਦੁਆਰੇ ਦਾ ਪ੍ਰਧਾਨ ਸੀ, ਰਹਿਮਤੇ ਨੂੰ ਗੁਰਦੁਆਰੇ ਲਿਜਾ ਕੇ ਅੰਮ੍ਰਿਤ ਨਹੀਂ ਸੀ ਚਕਾਇਆ। ਗੁਰੂ ਗ੍ਰੰਥ ਸਾਹਿਬ ਦੀ ਭੀੜ ਘਰ ਲਿਆ ਕੇ ਆਨੰਦ ਨਹੀਂ ਸੀ ਪੜਾਏ। ਬਸ ਰਾਤ ਇਸੇ ਪਿੰਡ ਦੀ ਧੀ ਨੂੰ ਨੌ ਵਿੱਚ ਬਦਲ ਦਿੱਤਾ ਸੀ ਤੇ ਸ਼ਾਇਦ ਪੰਗੇ ਨੇ ਵੀ ਇਹੋ ਅਮਲ ਦੁਹਰਾਇਆ ਜਦੋਂ ਰੇਸ਼ਮ ਕੌਰ ਬਣ ਗਈ ਸੀ। ਇਹ ਉਹ ਰਾਤ ਸੀ ਜਦੋਂ ਪਿੰਡ ਦੇ ਕੁੱਤੇ ਤਾਜ਼ੇ ਡੁੱਲੇ ਖੂਨ ਨੂੰ ਚੱਟਦੇ ਫਿਰਦੇ ਸਨ ਤੇ ਫਿਰਨੀ ਤੇ ਲੋਥਾਂ ਨੂੰ ਘੜੀਸੀ ਫਿਰਦੇ ਸਨ। ਉਸ ਰਾਤ ਨੇ ਜੋ ਅਣਤੋਲੇ ਪੱਥਰ ਪਿੰਡ ਦੀਆਂ ਦੋ ਧੀਆਂ ਦੇ ਸਿਰਾਂ ਤੇ ਰੱਖ ਦਿੱਤੇ ਸਨ, ਉਹ ਹੁਣ ਵੀ ਉਵੇਂ ਹੀ ਢੋਈ ਜਾ ਰਹੀਆਂ ਸਨ। ਉਮਰਦੀਨ ਨੇ ਆਪਣੀ ਹੱਡ ਬੀਤੀ ਦਾ ਕੋਈ ਵਰਕਾ ਨਹੀਂ ਸੀ ਖੋਲਿਆ। ਉਸ ਦੇ ਮੂੰਹੋਂ ਮੁੜ-ਮੁੜ ਇਹੋ ਬੋਲ ਨਿਕਲ ਰਹੇ ਸਨ, ਸ਼ੁਕਰ ਹੈ ਧੀਓ, ਅੱਜ ਦੋ ਧਰਤੀਆਂ ਮਿਲ ਗਈਆਂ ਨੇ। ਇਧਰਲੀ ਧਰਤੀ ਨੇ ਮੈਨੂੰ ਕੁਝ ਤਾਂ ਮੋੜਿਆ। ਸ਼ੁਕਰ ਹੈ ਪਰਵਰਦਿਗਾਰ ਦਾ, ਤੂੰ ਸਭ ਕੁਝ ਖੋ ਕੇ ਮੈਨੂੰ ਕੁਝ ਤਾਂ ਮੋੜਿਆ। ਅੱਬਾ ਜਾਨ, ਰੇਸ਼ਮ ਕੌਰ ਦੇ ਮੂੰਹੋਂ ਚਾਚਾ ਜਾਨ ਨਹੀਂ ਅੱਬਾ ਜਾਨ ਨਿਕਲਿਆ। ਹੰਝੂਆਂ ਨਾਲ ਤਰ ਅੱਖਾਂ ਚੋਂ ਉਮਰੇ ਨੇ ਖੜੀ ਭੀੜ ਵੱਲ ਵੇਖਿਆ। ਸਭ ਦੀਆਂ ਧੌਣਾਂ ਝੁਕੀਆਂ ਹੋਈਆਂ ਸਨ। ਉਸ ਧੌਣ ਹੋਰ ਉੱਚੀ ਉਠਾ ਕੇ ਬੰਤੇ ਵੱਲ ਵੇਖਿਆ। ਸ਼ਾਇਦ ਉਹ ਗੁਰਦੁਆਰੇ ਜਾ ਰਿਹਾ ਸੀ, ਪਰ ਉਸ ਦੀ ਧੌਣ ਵੀ ਝੁਕੀ ਹੋਈ ਸੀ।